मैं 3 तरीके ਦੀਆਂ ਗੱਲਾਂ ਤੁਹਾਡੇ ਨਾਲ ਕਰਾਂਗਾ। ਇਤਿਹਾਸ ਆਪਣੇ ਆਪ ਦੇ ਵਿੱਚ ਬਹੁਤ ਮਹੱਤਵਪੂਰਨ ਹੈ। ਇਤਿਹਾਸ ਦੇ ਨੂੰ ਜਾਣੇ ਬਿਨਾਂ ਅਸੀਂ ਵਰਤਮਾਨ ਦਾ ਵਿਸ਼ਲੇਸ਼ਣ ਨਹੀਂ ਕਰ ਸਕਦੇ। ਸੋ ਇਸ ਡਰਾਫਟ ਪਾਲਿਸੀ ਦੇ ਜੋ ਵਿਸ਼ਲੇਸ਼ਣ ਦੀ ਗੱਲ ਕੀਤੀ ਗਈ ਆ, ਸਾਨੂੰ ਪਹਿਲੇ ਜੋ ਸਾਡੀਆਂ ਪਾਲਿਸੀਆਂ ਨੇ ਉਹਨਾਂ ਬਾਰੇ ਵੀ ਕੁਝ ਗੱਲਾਂ ਸਾਂਝੇ ਕਰਨੀਆਂ ਪੈਣਗੀਆਂ। ਇੱਕ ਗੱਲ ਆ ਮੇਰੀ, ਉਹ ਮੈਂ ਜ਼ਿਕਰ ਕਰਾਂਗਾ। ਦੂਸਰਾ, ਸਿੱਖਿਆ ਨੀਤੀ ਆਪਣੇ ਆਪ ਵਿੱਚ ਕਦੇ ਵੀ ਸਮਾਜਿਕ, ਆਰਥਿਕ, ਰਾਜਨੀਤਿਕ ਪਹਿਲੂਆਂ ਤੋਂ ਅਲੱਗ ਨਹੀਂ ਹੋ ਸਕਦੀ। ਇਹ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਹੀ ਸਿੱਖਿਆ ਨੀਤੀ ਬਣਦੀ ਹੈ। ਜਦੋਂ ਵਿੱਚ ਗੱਲ ਕਰਦੇ ਹਾਂ ਕਿ ਇਹਦਾ ਰਾਜਨੀਤੀ ਦਾ ਕੋਈ ਸੰਬੰਧ ਨਹੀਂ, ਰਾਜਨੀਤੀ ਹੀ ਸਿੱਖਿਆ ਦਾ ਦਰਪਣ ਬਣਾਉਂਦੀ ਹੈ, ਰਾਜਨੀਤੀ ਹੀ ਦਰਸ਼ਨ ਦਿੰਦੀ ਹੈ ਕਿ ਸਿੱਖਿਆ ਵਿੱਚ ਕੀ ਹੋਵੇ। ਅਤੇ ਇਸ ਲਈ ਅਸੀਂ ਅੱਜ ਦੀ ਡੇਟ ਵਿੱਚ ਜੋ ਅਸੀਂ ਵਿਸ਼ਲੇਸ਼ਣ ਕਰ ਰਹੇ ਹਾਂ, ਉਸ ਨੀਤੀ ਦੇ ਵਿੱਚ ਕੀ ਹੈ ਜੋ ਸਮਾਜ ਨੂੰ ਇਹ ਸਰਕਾਰ ਜਾਂ ਇਹ ਤੋਂ ਪਹਿਲਾਂ ਸਰਕਾਰ ਦੇਣਾ ਚਾਹੁੰਦੀ ਜਾਂ ਬਣਾਉਣਾ ਚਾਹੁੰਦੀ ਸੀ। ਤੀਸਰੀ ਗੱਲ ਜੋ ਮੈਂ ਵਿੱਚ ਰੱਖਣਾ ਚਾਹਾਂਗਾ, ਜੋ ਸਿੱਖਿਆ ਦੇ ਵਰਤਾਰੇ ਦੇ ਵਿੱਚ ਜੋ ਤਬਦੀਲੀਆਂ ਆਈਆਂ ਨੇ, ਸਾਡੇ ਵਿਦਿਆਰਥੀਆਂ ਦੇ ਪੜ੍ਹਨ ਪੜ੍ਹਾਉਣ ਦੇ ਵਿੱਚ ਕੁਝ ਕਮੀਆਂ ਆਈਆਂ ਨੇ, ਮੈਂ ਉਹਨਾਂ ਦੀ ਗੱਲ ਕਰਾਂਗਾ ਜੋ ਆਖਰ ਦੇ ਵਿੱਚ ਮੇਰਾ ਸੰਵਾਦ ਹੋਏਗਾ। 2 ਸ਼ਬਦ ਇਹਦੇ ਵਿੱਚ ਬੜੇ ਮੁੱਖ ਕਹੇ ਗਏ ਨੇ, ਮੈਂ ਉਹਨਾਂ ਦੀ ਡਿਟੇਲ ਵਿੱਚ ਨਹੀਂ ਜਾਵਾਂਗਾ, ਲੇਕਿਨ ਉਹਨਾਂ ਨੂੰ ਆਪਣੇ ਵਕਤ ਬਿਆਨਾਂ ਵਿੱਚ ਇਸਤੇਮਾਲ ਕਰਾਂਗਾ। ਮਲਟੀ ਡਿਸਪਲਿਨੈਰਿਟੀ, ਜੋ ਟੀਚਰ ਐਜੂਕੇਸ਼ਨ ਨੂੰ ਵੀ ਉਹਨਾਂ ਦੇ ਵਿੱਚ ਮਰਜ ਕਰਨ ਦੀ ਗੱਲ ਕੀਤੀ ਗਈ ਹੈ। ਅਤੇ ਦੂਸਰਾ ਸ਼ਬਦ ਲਿਬਰਲ ਆਰਟਸ ਦਾ, ਡਾਕੂਮੈਂਟ ਦੇ ਲਿਬਰਲ ਆਰਟਸ ਵਰਡ ਨੂੰ ਬਹੁਤ ਵਰਤਿਆ ਗਿਆ ਹੈਗਾ। ਚੋਇਸ ਬੇਸਡ ਸਿਸਟਮ ਜੋ ਅਸੀਂ ਕਹਿੰਦੇ ਚੋਇਸ ਬੇਸਡ ਕ੍ਰੈਡਿਟ ਸਿਸਟਮ ਆ, ਉਹਨੂੰ ਇਵੋਲਵ ਕਰਨ ਵਾਸਤੇ ਕਿਸ ਤਰੀਕੇ ਨਾਲ ਕਰਨਾ ਗਿਆ। ਅਤੇ ਉੱਥੇ ਹੀ ਜੋ ਸਭ ਤੋਂ ਨੁਕਸਾਨ ਵਾਲੀ ਗੱਲ ਕਰੀ ਜਾ ਰਹੀ ਹੈ, ਜੋ ਮਲਟੀਪਲ ਇੰਸਟੀਟਿਊਸ਼ਨਲ ਸਟਰਕਚਰ ਸਾਡੇ ਹਿੰਦੁਸਤਾਨ ਦੀ ਸਿੱਖਿਆ ਦਾ ਇਵੋਲਵ ਹੋਇਆ ਪਿਛਲੇ 60 ਸਾਲਾਂ ਦੇ ਵਿੱਚ, 50 ਸਾਲਾਂ 'ਚ, 55 ਸਾਲਾਂ ਦੇ ਵਿੱਚ, ਉਹਨੂੰ ਕਿਸ ਤਰੀਕੇ ਨਾਲ ਖਤਮ ਕਰਨ ਦੀ ਗੱਲ ਕੀਤੀ ਗਈ ਆ। ਮੈਂ ਉਹ ਜਰਾ ਤੁਹਾਡੇ ਨਾਲ ਇੱਕ ਨੈਰੇਟਿਵ ਦੇ ਸਾਂਝਾ ਕਰਾਂਗਾ। ਸਾਡੇ ਕੋਲ ਅੱਜ ਦੀ ਡੇਟ ਦੇ ਵਿੱਚ ਸੰਸਥਾਵਾਂ ਨੇ, IIM ਨੇ, IITs ਨੇ, ਸਟੇਟ ਯੂਨੀਵਰਸਿਟੀਜ਼ ਨੇ, ਸੈਂਟਰਲ ਯੂਨੀਵਰਸਿਟੀਜ਼ ਨੇ, ਡੀਮਡ ਯੂਨੀਵਰਸਿਟੀਜ਼ ਨੇ, ਪ੍ਰਾਈਵੇਟ ਯੂਨੀਵਰਸਿਟੀਜ਼ ਨੇ, ਸਕੂਲਾਂ ਦੀਆਂ ਬਹੁਤ ਕਿਸਮਾਂ ਨੇ। ਯੂਨੀਵਰਸਿਟੀਆਂ ਦੇ ਵਿੱਚ ਕਿਤੇ ਰੂਰਲ ਯੂਨੀਵਰਸਿਟੀ ਹੈ, ਕਿਤੇ ਵਿਮਨ ਯੂਨੀਵਰਸਿਟੀ ਹੈ, ਕਿਤੇ ਸਾਡੇ ਕੋਲ ਟਰਾਈਬਲ ਯੂਨੀਵਰਸਿਟੀ ਹੈ। ਇੰਨੇ ਪ੍ਰਕਾਰ ਦੀਆਂ ਸਾਡੇ ਕੋਲ ਸੰਸਥਾਵਾਂ ਨੇ ਜੋ ਪੂਰੇ ਦੇਸ਼ ਦੀ ਡਾਇਵਰਸਿਟੀ ਨੂੰ, ਚਾਹੇ ਉਹ ਜਿਓਗ੍ਰਾਫਿਕ ਹੈ, ਚਾਹੇ ਕਲਚਰਲ ਹੈ, ਚਾਹੇ ਲਿੰਗੁਇਸਟਿਕ ਹੈ, ਉਹਨੂੰ ਐਡਰੈਸ ਕਰਦੀ ਸੀ। ਇਹ ਇੰਸਟੀਟਿਊਸ਼ਨ ਗਰੋ ਕੀਤੀਆਂ ਨੇ, ਜਿਉਂ ਦੇਸ਼ ਨੇ ਤਰੱਕੀ ਕੀਤੀ ਹੈ, ਇਹ ਇੰਸਟੀਟਿਊਸ਼ਨ ਵਧੀਆਂ ਸੀਗੀਆਂ, ਇਹਦੇ ਵਾਧਾ ਹੋਇਆ ਸੀ। ਲੇਕਿਨ ਉਸ ਵਾਧੇ ਨੂੰ ਅਸੀਂ ਕਿੱਧਰ ਨੂੰ ਲੈ ਕੇ ਜਾ ਰਹੇ ਹਾਂ, ਉਹਨਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜੋ ਪੂਰੀ ਸਾਹਿਬ ਦੇ ਸ਼ਬਦ ਨੇ ਕਿ 40,000 ਤੋਂ ਲੈ ਕੇ ਜੋ 50,000 ਤੱਕ ਦੀਆਂ ਸੰਸਥਾਵਾਂ ਸਾਡੇ ਕੋਲ ਉੱਚ ਸਿੱਖਿਆ ਨੂੰ ਦੇਣ ਵਾਸਤੇ ਬਣੀਆਂ ਹੋਈਆਂ ਨੇ, ਉਹਨਾਂ ਨੂੰ ਘਟਾ ਕੇ ਅਸੀਂ 14,000 ਤੱਕ ਲੈ ਕੇ ਆ ਰਹੇ ਹਾਂ। ਮੈਨੂੰ ਇੱਕ ਬੜਾ ਯਾਦ ਆਉਂਦਾ ਹੈ, ਸਟੇਟ ਬੈਂਕ ਆਫ ਬੀਕਾਨੇਰ, ਸਟੇਟ ਬੈਂਕ ਆਫ ਪਟਿਆਲਾ, ਸਟੇਟ ਬੈਂਕ ਆਫ, ਇੰਨੇ ਬੈਂਕ ਸੀਗੇ। ਸਾਨੂੰ ਰਿਆਸਤਾਂ ਦੇ ਨਾਮ ਪਤਾ ਸੀ, ਸ਼ਹਿਰਾਂ ਦਾ ਨਾਮ ਪਤਾ ਸੀ। ਹੁਣ ਸਾਨੂੰ ਇੱਕੋ ਨਾਮ ਪਤਾ ਹੈ, ਸਟੇਟ ਬੈਂਕ ਆਫ ਇੰਡੀਆ। ਅਸੀਂ ਉਹ ਸ਼ਹਿਰ, ਸਾਡੀ ਜੋ ਇੱਕ ਆਈਕੋਨਿਕ ਵੈਲਿਊ ਸੀਗੀਆਂ, ਉਹ ਆਈਕੋਨਿਕ ਵੈਲਿਊ ਨੂੰ ਖਤਮ ਕਰਾਂਗੇ, ਅਸੀਂ ਆਪਣੇ ਵਿਰਸੇ ਤੋਂ ਦੂਰ ਚਲੇ ਜਾਵਾਂਗੇ। ਸਾਡੇ ਕੋਲ ਸਟੇਟ ਕਾਲਜ ਨੇ, ਯੂਨੀਵਰਸਿਟੀਆਂ ਦੇ ਵਿੱਚ ਆਪਣੀ ਯੂਨੀਵਰਸਿਟੀ ਨਾਲ 2 ਸਟੇਟ ਕਾਲਜ ਨੇ, ਫਰੀਦਕੋਟ ਅਤੇ ਪਟਿਆਲਾ, ਜੋ ਖਤਰੇ ਵਿੱਚ ਹੋਣਗੇ। BD ਦਾ ਜਲੰਧਰ ਵਾਲਾ 4 ਕਾਲਜ ਨੇ, ਚਾਰੋਂ ਖਤਰੇ ਵਿੱਚ ਹੋਣਗੇ, ਕਿਉਂਕਿ ਉਹ ਸਿੰਗਲ ਯੂਨਿਟ ਨੇ, ਉਹ BID ਚਲਾਉਂਦੇ ਨੇ, ਹੋਰ ਕੁਝ ਨਹੀਂ ਕਰਾਉਂਦੇ ਹੈਗੇ। ਜੋ ਮਲਟੀ ਡਿਸਪਲਿਨੈਰਿਟੀ ਨੂੰ ਡਿਵੈਲਪ ਕਰਨ ਦੇ ਚੱਕਰ ਦੇ ਵਿੱਚ ਜੋ ਮਲਟੀ ਸਪੈਸ਼ਲਿਟੀ ਡਿਵੈਲਪ ਹੋਈਆਂ ਸੀਗੀਆਂ, ਉਹਨਾਂ ਨੂੰ ਅਸੀਂ ਨਿਖੇੜ ਕੇ ਮੁੜ ਕੇ ਕਿ ਜਨਰਲ ਐਜੂਕੇਸ਼ਨ ਵੱਲ ਮੋੜ ਕੇ ਜਾ ਰਹੇ ਹਾਂ। ਨਾਮ ਦਿੱਤਾ ਜਾ ਰਿਹਾ ਲਿਬਰਲ ਐਜੂਕੇਸ਼ਨ ਦਾ ਜਾਂ ਲਿਬਰਲ ਆਰਟਸ ਐਜੂਕੇਸ਼ਨ ਦਾ। ਜੋ ਸੰਸਥਾਵਾਂ ਨੂੰ ਬਣਨ ਨੂੰ 50-50 ਸਾਲ ਲੱਗੇ ਨੇ, 100 ਸਾਲ ਲੱਗੇ ਨੇ, ਉਹਨਾਂ ਨੂੰ ਅਸੀਂ ਡਿਸਮੈਂਟਲ ਕਰਕੇ ਨਵੀਆਂ ਸੰਸਥਾਵਾਂ ਬਣਾ ਰਹੇ ਹਾਂ। ਨਵੀਆਂ ਸੰਸਥਾਵਾਂ ਕਿੱਦਾਂ ਦੀਆਂ ਹੋਣਗੀਆਂ, ਜਿਨ੍ਹਾਂ ਵਿੱਚ 2 ਯੂਨੀਵਰਸਿਟੀਆਂ ਜੋ ਹੈ ਨਾ ਸੈਂਟਰ ਫਾਰ ਐਕਸਲੈਂਸ ਦੇ ਵਿੱਚ ਜਾ ਰਹੀਆਂ ਨੇ। ਇੱਕ ਤਾਂ ਰਿਲਾਇੰਸ ਵਾਲਿਆਂ ਦੀ ਹੈ, ਦੂਸਰਾ ਮੈਨੂੰ ਹਾਲੇ ਪਤਾ ਨਹੀਂ, ਹੁਣੇ ਅਨਾਊਂਸ ਹੋਇਆ ਕਿ 2 ਯੂਨੀਵਰਸਿਟੀਆਂ ਨੇ ਜਿਨ੍ਹਾਂ ਨੂੰ ਐਕਸਲੈਂਸ ਦੇ ਨਾਂ ਦੇ ਉੱਪਰ ਪੈਸਾ ਦੇ ਦਿੱਤਾ ਜਾਏਗਾ, ਲੇਕਿਨ ਉਹ ਦੋਨੋਂ ਹੀ ਹਾਲੇ ਐਗਜ਼ਿਸਟੈਂਸ ਨਹੀਂ ਰੱਖਦੀਆਂ, ਦੋਨਾਂ ਦੀ ਹੋਂਦ ਨਹੀਂ ਹੈ। ਸਟਰਕਚਰ ਕੀ ਹੋਏਗਾ, ਕੀ ਬਣਾਉਣਗੇ, ਕਿਹੜੇ ਵਿਦਿਆਰਥੀ ਹੋਣਗੇ, ਉਹਦਾ ਸਾਨੂੰ ਕੋਈ ਨਹੀਂ ਪਤਾ ਹੈ।
बड़े प्यारे नाम सीगे, कुछ मैं नाम लवांगा, ICAR, ICAR, ICSSR, IIMs, एम्स, ਜਿਹੜੇ ਇਹ ਸੰਸਥਾਵਾਂ ਨਾਮ ਨੇ ਸ਼ਾਇਦ ਇਹ ਅਲੋਪ ਹੋ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ। ਜੋ ਸਾਡਾ ਇੱਕ ਵਿਰਾਸਤ ਸੀ, ਜੋ ਇੱਕ ਦੇਸ਼ ਦੇ ਆਜ਼ਾਦੀ ਤੋਂ ਬਾਅਦ ਤਰੱਕੀ ਹੋਈ ਸੀ, ਉਸ ਵਿਰਾਸਤ ਦੇ ਉੱਪਰ ਇੱਕ ਬੜਾ ਪ੍ਰਹਾਰ ਕੀਤਾ ਗਿਆ ਇਸ ਡਰਾਫਟ ਦੇ ਵਿੱਚ। ਇਹ ਪਿਛਲੇ ਨੀਤੀਆਂ ਨੂੰ ਮੈਂ ਹਲਕਾ ਜ਼ਿਕਰ ਕਰਾਂਗਾ, 2 3 ਰਾਧਾ ਕ੍ਰਿਸ਼ਨ ਕਮਿਸ਼ਨ ਹਾਇਰ ਐਜੂਕੇਸ਼ਨ ਦੇ ਵਿੱਚ ਜਿਹੜੀ ਅਸੀਂ ਇਸ ਸਮੇਂ ਯੂਨੀਵਰਸਿਟੀ ਦੇ ਜਿਸ ਹਾਲ ਵਿੱਚ ਬੈਠੇ ਹੋਏ ਹਾਂ, ਜੋ ਯੂਨੀਵਰਸਿਟੀ ਸਿਸਟਮ ਇਵੋਲਵ ਹੋਇਆ ਸਾਡੇ ਦੇਸ਼ ਦੇ ਵਿੱਚ, ਉਹ 'ਚ ਰਾਧਾ ਕ੍ਰਿਸ਼ਨਨ ਆਯੋਗ ਦਾ ਇੱਕ ਬਹੁਤ ਵੱਡਾ ਯੋਗਦਾਨ ਸੀ। ਉਹ ਡਾਕੂਮੈਂਟ ਸਾਨੂੰ ਕਦੇ ਥੋੜ੍ਹਾ ਪੜ੍ਹ ਲੈਣਾ ਚਾਹੀਦਾ ਹੈ। ਉਸ ਤੋਂ ਬਾਅਦ ਦੂਸਰਾ ਸਾਡੇ ਕੋਲ ਇੱਕ ਵੱਡਾ ਡਾਕੂਮੈਂਟ ਆਉਂਦਾ ਹੈਗਾ ਮੁਦਾਲੀਅਰ ਕਮਿਸ਼ਨ ਦਾ, ਜੋ 52 ਦੇ ਵਿੱਚ ਜੋ ਸਕੂਲੀ ਸਿੱਖਿਆ ਨਾਲ ਜੁੜਿਆ ਹੋਇਆ ਸੀਗਾ। 64-66 ਦਾ ਕਮਿਸ਼ਨ ਜੋ ਕੋਠਾਰੀ ਕਮਿਸ਼ਨਰ ਹੈ, ਉਹ ਆਉਂਦਾ ਹੈਗਾ ਸਾਡੇ ਕੋਲ, ਜਿਹਨੂੰ ਅਸੀਂ ਰਾਸ਼ਟਰੀ ਸਿੱਖਿਆ ਨੀਤੀ ਮੁੱਖ ਰੂਪ 'ਚ ਬਣ ਕੇ ਆਉਂਦੀ ਹੈਗੀ ਆ। ਔਰ ਜੋ ਕੋਠਾਰੀ ਕਮਿਸ਼ਨ ਦਾ ਜੋ ਪ੍ਰਾਰੂਪ ਸੀਗਾ, ਉਹਦਾ ਮੈਂ ਇੱਕ ਹਲਕਾ ਜਿਹਾ ਦੁਖਾਂ ਦੱਸਾਂਗਾ। JP ਨਾਇਕ ਉਸ ਸਮੇਂ ਸੈਕਟਰੀ ਸੀਗੇ ਉਹਦੇ, ਤੇ JP ਨਾਇਕ ਨੇ ਉਸ ਨੂੰ ਕਿੱਦਾਂ ਲਾਗੂ ਕਰਨਾ ਹੈ, ਜਦੋਂ ਉਦੋਂ ਦੀ ਸਰਕਾਰ ਸੀਗੀ, ਉਹਨੂੰ ਲਾਗੂ ਕਰਨ ਦੇ ਉੱਪਰ ਜੋ ਇੱਕ ਉਹਨਾਂ ਦੇ ਵਿੱਚ ਕਨਫਲਿਕਟ ਆਉਂਦਾ ਹੈਗਾ। JP ਨਾਇਕ ਆਪਣੀ ਸਰਕਾਰੀ ਨੌਕਰੀ ਛੱਡ ਕੇ ਪੂਨੇ ਦੇ ਵਿੱਚ ਇੰਡੀਅਨ ਇੰਸਟੀਚਿਊਟ ਆਫ ਐਜੂਕੇਸ਼ਨ ਖੜੀ ਕਰਦਾ ਹੈ। ਉਹਨੇ ਜੋ ਕਮਿਟਮੈਂਟ ਸੀ ਆਪਣੀ ਐਜੂਕੇਸ਼ਨ ਲਈ, ਇੱਕ ਪਾਸੇ ਜੋ ਪੁਰੀ ਸਾਹਿਬ ਜ਼ਿਕਰ ਕਰ ਰਹੇ ਸੀ, ਬਰਾੜ ਸਾਹਿਬ ਨੇ ਉਹਨਾਂ ਗੱਲਾਂ ਦੀ ਇੱਕ ਤਰੀਕੇ ਨਾਲ ਪ੍ਰੋੜਤਾ ਕੀਤੀ ਕਿ ਡੇਰੇ ਵਾਲੇ ਕਾਲਜ, ਦੂਸਰੇ ਕਾਲਜ, ਕੁਝ ਵਿਅਕਤੀਆਂ ਨੇ ਸੰਸਥਾਵਾਂ ਬਣ ਕੇ ਦਿਖਾਇਆ ਹੈ, ਔਰ JP ਨਾਇਕ ਉਹਨਾਂ ਵਿੱਚੋਂ ਇੱਕ ਸੀਗਾ। ਮੈਨੂੰ ਇੱਕ ਨਾਮ ਹੋਰ ਯਾਦ ਆ, ਰਾਜਸਥਾਨ ਕੇਡਰ ਦੇ ਸੀਗੇ ਅਨਿਲ ਬੋਡੀਆ, ਪੁਰੀ ਸਾਹਿਬ ਅੱਛੀ ਤਰ੍ਹਾਂ ਜਾਣਦੇ ਨੇ, ਜੋ ਮੈਂਬਰ ਸੈਕਟਰੀ ਰਹੇ ਰਾਸ਼ਟਰੀ ਸਾਖਰਤਾ ਮਿਸ਼ਨ ਦੇ ਦੌਰਾਨ। ਨੈਸ਼ਨਲ ਪਾਲਿਸੀ ਜੋ 86 ਦੀ ਬਣਦੀ ਆ, ਉਹਨਾਂ ਵਿਅਕਤੀਆਂ ਨੇ ਕਿਤੇ ਦਿੱਲੀ ਵਿੱਚ ਰਹਿ ਕੇ ਜਾਂ ਪੈਰਿਸ ਵਿੱਚ ਜਾ ਕੇ ਕੰਮ ਨਹੀਂ ਕੀਤਾ। ਉਹਨਾਂ ਮੁੜ ਕੇ ਜਾ ਕੇ ਆਪਣੇ ਇਲਾਕਿਆਂ ਦੇ ਵਿੱਚ, ਆਪਣੇ ਸ਼ਹਿਰਾਂ ਦੇ ਵਿੱਚ ਜਾ ਕੇ ਆਪਣੇ ਖਿੱਤਿਆਂ ਨੂੰ ਸਰਵ ਕੀਤਾ ਹੈਗਾ, ਤਾਂ ਕਿ ਅਸੀਂ ਆਪਣੇ ਉਹਨਾਂ ਲੋਕਾਂ ਦਾ ਕੰਮ ਲੈ ਸਕੀਏ ਜਿਨ੍ਹਾਂ ਤੋਂ ਅਸੀਂ ਨਿਕਲ ਕੇ ਅੱਗੇ ਆਏ ਹਾਂ। ਇੱਦਾਂ ਬਹੁਤ ਵਿਅਕਤੀ ਐਸੇ ਆਏ ਨੇ, ਸਾਨੂੰ ਸ਼ਾਇਦ ਉਹਨਾਂ ਬਾਰੇ ਹੋਰ ਜਾਣਕਾਰੀ ਇਕੱਠੀ ਕਰਨੀ ਚਾਹੀਦੀ ਹੈ। ਮੈਂ ਸਿਰਫ 2 ਨਾਮ ਲੱਤੇ ਨੇ, ਇੱਕ ਅਨਿਲ ਬੋਡੀਆ ਜੀ ਦਾ ਤੇ ਇੱਕ JP ਨਾਇਕ ਦਾ, ਜਿਨ੍ਹਾਂ ਨੇ ਆਪਣੇ ਸੁੱਖ ਸਾਧਨ ਛੱਡ ਕੇ ਆਪਣੇ ਲੋਕਾਂ ਲਈ ਕੰਮ ਕਰਨ ਲਈ ਆਪਣੀ ਰਿਟਾਇਰਮੈਂਟ ਦਾ ਬਾਅਦ ਦਾ ਪੀਰੀਅਡ ਉਹਨਾਂ ਵਾਸਤੇ ਸਪੈਂਡ ਕੀਤਾ। ਇੱਕ ਜ਼ਿਕਰ ਆ ਰਿਹਾ ਸੀਗਾ, ਡਾਕਟਰ ਯੋਗਾ ਸਿੰਘ ਨੇ 2 ਜ਼ਿਕਰ ਕੀਤੇ ਕਿ ਸਾਡੇ ਜੋ ਇੰਜੀਨੀਅਰ ਨੇ ਉਹਨਾਂ ਦੀ ਇੰਪਲਾਇਮੈਂਟੀ ਸਕਿੱਲਜ਼ ਨਹੀਂ ਹੈਗੀਆਂ, ਮਹਿੰਦਰਾ ਦਾ ਮਾਲਕ ਕਹਿ ਰਿਹਾ ਹੈਗਾ। ਇੱਕ ਮੈਨੇਜਮੈਂਟ ਦੀਆਂ ਬਹੁਤ ਸਾਰੇ ਨੇ ਕਿ ਉਹਨਾਂ ਦੀਆਂ ਮੈਨੇਜਮੈਂਟ ਸਕਿੱਲ ਬੱਚਿਆਂ ਵਿੱਚ ਨਹੀਂ ਹੈਗੀਆਂ। ਜੋ ਉਹਨਾਂ ਪੜ੍ਹਿਆ ਹੈਗਾ ਉਹ ਮਾਰਕੀਟ ਦੇ ਵਿੱਚ ਫਿਟ ਨਹੀਂ ਹੋ ਰਿਹਾ ਹੈਗਾ। ਸ਼ਾਇਦ ਗੱਲ ਸਹੀ ਵੀ ਹੈ। ਅਸੀਂ ਪੜ੍ਹਨ ਪੜਾਉਣ 'ਚ ਕਿਤੇ ਪਿੱਛੇ ਹਟੇ ਹੈਗੇ ਹਾਂ, ਕਿੰਨਾ ਘਟੇ ਹੈਗੇ ਹਾਂ, ਉਹਦਾ ਜ਼ਿਕਰ ਤਾਂ ਨਹੀਂ ਮੈਂ ਕਰਾਂਗਾ ਐਂਡ ਦੇ ਵਿੱਚ 2-3 ਗੱਲਾਂ ਰਾਹੀਂ। ਲੇਕਿਨ ਇੱਕ ਜ਼ਿਕਰ ਜ਼ਰੂਰ ਕਰਾਂਗਾ, ਮਾਰਕੀਟ 'ਚ ਬੈਠਾ ਵਿਅਕਤੀ ਐਜੂਕੇਸ਼ਨ ਦੇ ਵਿੱਚ ਕੀ ਹੋਣਾ ਚਾਹੀਦਾ ਉਹ ਫੈਸਲਾ ਨਹੀਂ ਕਰ ਸਕਦਾ। ਸਮਾਜ ਨੇ ਸਿੱਖਿਆ ਦਾ ਸਿਸਟਮ ਖੜਾ ਕੀਤਾ, ਮਾਰਕੀਟ ਸਮਾਜ ਦਾ ਹਿੱਸਾ ਹੈਗਾ, ਸਮਾਜ ਦਾ ਇੱਕ ਹਿੱਸਾ ਦੂਜੇ ਹਿੱਸੇ ਬਾਰੇ ਫੈਸਲੇ ਨਹੀਂ ਲੈ ਸਕਦਾ। ਮਾਰਕੀਟ ਕਦੇ ਵੀ ਸਿੱਖਿਆ ਨੂੰ ਕੋਈ ਸੇਧ ਨਹੀਂ ਦੇ ਸਕਦੀ। ਪੁਰੀ ਸਾਹਿਬ ਨੇ ਜ਼ਿਕਰ ਨਹੀਂ ਕੀਤਾ, ਸਾਡੇ ਕੋਲ ਜੋ ਮੈਂ ਲੱਤੇ ਰਾਧਾ ਕ੍ਰਿਸ਼ਨ ਕਮਿਸ਼ਨ ਸੀ, ਕੋਠਾਰੀ ਕਮਿਸ਼ਨ ਆਇਆ, ਨੈਸ਼ਨਲ ਪਾਲਿਸੀ ਆਈ, ਉਹ ਤੋਂ ਬਾਅਦ ਇੱਕ ਬੜੀ ਕਮੇਟੀ ਆਉਂਦੀ ਹੈ, ਬਿਰਲਾ ਅੰਬਾਨੀ ਕਮੇਟੀ ਆਉਂਦੀ ਹੈ। ਜੋ ਰਾਧਾ ਕ੍ਰਿਸ਼ਨ ਦਾ ਨਾਮ ਆਉਂਦਾ ਹੈਗਾ, ਸਾਨੂੰ ਪਤਾ ਰਾਧਾ ਕ੍ਰਿਸ਼ਨ ਜੀ ਕੌਣ ਨੇ, ਬਰਾੜ ਸਾਹਿਬ ਵੀ ਕਰ ਰਹੇ ਸੀਗੇ, ਜੋ ਕਮਿਸ਼ਨਰਾਂ 'ਚ ਬੰਦੇ ਹੁੰਦੇ ਕੌਣ ਹੁੰਦੇ ਸੀਗੇ। ਕੋਠਾਰੀ ਸਾਨੂੰ ਪਤਾ ਸੀ ਕੋਠਾਰੀ ਕੌਣ ਹੈ, DS ਕੋਠਾਰੀ ਫਿਜ਼ਿਕਸ ਦੇ ਪ੍ਰੋਫੈਸਰ ਸੀ ਜੀ। ਉਹਦਾ ਡਾਕੂਮੈਂਟ ਚੈੱਕ ਹੋਗੇ, ਜਿਹੜੀ ਉਹਦੀ ਲਿਸਟ ਲੱਗੀ ਹੋਈ ਹੈ, ਤੁਹਾਨੂੰ ਉਹਦੇ ਨਾਮੀ ਗ੍ਰਾਮੀ ਇੰਡੀਆ ਦੇ ਨਹੀਂ ਵਰਲਡ ਓਵਰ ਦੇ ਐਜੂਕੇਸ਼ਨਿਸਟ, ਸਾਇੰਟਿਸਟ ਤੇ ਸੋਸ਼ਲ ਸਾਇੰਟਿਸਟ ਦੇ ਤੁਹਾਨੂੰ ਵੇਰਵੇ ਮਿਲਣਗੇ। ਤੇ ਉੱਥੇ ਬਿਰਲਾ ਅੰਬਾਨੀ ਕੀ ਕਰਨਗੇ ਆ ਕੇ? ਉਹ ਸਾਡੀ ਕਿਹੜੀ ਐਜੂਕੇਸ਼ਨ ਦੀ ਨੀਤੀ ਨੂੰ ਤੈਅ ਕਰਨਗੇ। ਸ਼ਾਇਦ ਵਾਜਪਾਈ ਜੀ ਨੇ ਉਹਨੂੰ ਰੋਕ ਲਿਆ ਸੀ ਉਸ ਟਾਈਮ, ਲੇਕਿਨ ਉਹਦੇ ਪ੍ਰਭਾਵ ਸਾਡੇ ਉੱਪਰ ਕਿਤੇ ਆਏ ਨੇ। ਫਿਰ ਕਮੇਟੀ ਯਸ਼ਪਾਲ ਕਮੇਟੀ ਦੀ ਵੀ ਆਉਂਦੀ ਹੈਗੀ ਹੈ, 2 ਤਰੀਕੇ ਦੀਆਂ ਆਉਂਦੀਆਂ ਨੇ ਯਸ਼ਪਾਲ ਕਮੇਟੀ ਦੀਆਂ ਰਿਪੋਰਟਾਂ। 90 ਦੇ ਦਹਾਕੇ ਦੇ ਵਿੱਚ ਐਲੀਮੈਂਟਰੀ ਐਜੂਕੇਸ਼ਨ 'ਤੇ ਆਉਂਦੀ ਹੈ, ਪ੍ਰਾਇਮਰੀ ਐਜੂਕੇਸ਼ਨ ਦਾ ਉਹਨਾਂ ਦਾ ਇੱਕ ਹੈ, ਫਿਰ ਉਹ ਹਾਇਰ ਐਜੂਕੇਸ਼ਨ ਦੇ ਵਿੱਚ ਆਉਂਦੀ ਹੈਗੀ ਹੈ। 2007-08 ਹੈ ਪੁਰੀ ਸਾਹਿਬ, ਸ਼ਾਇਦ ਉਹ 2009 ਦੀ ਰਿਪੋਰਟ ਹੈ। ਇਹ ਸਾਡੀ 2014 ਤੋਂ ਪਹਿਲਾਂ ਦੀਆਂ ਮੈਂ ਕੁਝ ਇੱਕ ਨਾਮ ਲੱਤੇ ਨੇ। ਇੱਕ 2014 'ਚ ਕਮੇਟੀ ਬਣਦੀ ਹੈ, ਸੁਬਰਾਮੈਨੀਅਨ ਕਮੇਟੀ।
ਜਿੱਦਣ ਮੋਦੀ ਸਰਕਾਰ ਬਣਦੀ ਹੈ ਉਦੋਂ ਹੀ ਕਹਿੰਦੀ ਹੈ ਸਾਡੀ ਸਿੱਖਿਆ ਨੀਤੀ ਹੋਏਗੀ। ਤੇ ਸੁਬਰਾਮਨਿਅਨ ਕਮੇਟੀ ਬਣਦੀ ਹੈ, ਉਹਦੇ ਵਿੱਚ 4 ਰਿਟਾਇਰਡ IAS ਅਫਸਰ ਨੇ ਤੇ ਇੱਕ ਉਹ 'ਚ ਐਜੂਕੇਸ਼ਨ ਦਾ ਵਿਅਕਤੀ ਸੀਗਾ ਪ੍ਰੋਫੈਸਰ ਰਾਜਪੂਤ, GS ਰਾਜਪੂਤ, NCERT ਦੇ ਡਾਇਰੈਕਟਰ ਰਹੇ ਹੋਏ ਨੇ। ਉਸ ਕਮੇਟੀ ਨੇ ਰਿਪੋਰਟ ਤਿਆਰ ਕੀਤੀ 2 ਸਾਲਾਂ ਦੇ ਵਿੱਚ। 2016 ਦੇ ਵਿੱਚ ਉਹਦਾ ਖਰੜਾ ਅਵੇਲੇਬਲ ਹੋਇਆ ਨੈੱਟ ਦੇ ਉੱਪਰ, ਸਾਡੇ ਕੋਲ ਡਾਕੂਮੈਂਟ ਪਿਆ ਹੋਇਆ ਹੈਗਾ। ਤੇ ਇਨ ਬਿਟਵੀਨ ਗੌਰਮੈਂਟ ਨੇ ਕਿਤੇ ਸਿੱਖਿਆ ਨੀਤੀ ਦੀ ਗੱਲ ਨਹੀਂ ਕੀਤੀ। ਜਦੋਂ ਇਹ ਸਰਕਾਰ ਦਾ ਦੂਸਰਾ ਰੂਪ ਆਉਂਦਾ ਹੈਗਾ, ਸਾਨੂੰ ਵਿਦਨ ਡੇਜ਼ ਇੱਕ ਨਵਾਂ ਡਾਕੂਮੈਂਟ ਮਿਲਦਾ ਜਿਹਦੇ ਵਿੱਚ ਸੁਬਰਾਮਨਿਅਨ ਕਮੇਟੀ ਦੀ ਰਿਪੋਰਟ ਤੋਂ ਬਿਲਕੁਲ ਹੀ ਉਹ ਤੋਂ ਵੱਖਰਾ ਡਾਕੂਮੈਂਟ ਹੈ। ਸੋ ਸਾਨੂੰ 4 ਡਾਕੂਮੈਂਟ ਜ਼ਰੂਰ ਦੇਖਣੇ ਚਾਹੀਦੇ ਨੇ, ਕੋਠਾਰੀ ਕਮਿਸ਼ਨ ਦਾ, ਨੈਸ਼ਨਲ ਪਾਲਿਸੀ ਔਨ ਐਜੂਕੇਸ਼ਨ 1986 ਦਾ, ਉਹ ਤੋਂ ਜ਼ਿਆਦਾ ਨਹੀਂ ਦੇਖਣੇ, ਤੀਜਾ ਸੁਬਰਾਮਨਿਅਨ ਕਮੇਟੀ ਦਾ, ਤੇ ਚੌਥਾ ਇਹ ਡਾਕੂਮੈਂਟ। ਸੋ ਇਸ ਡਾਕੂਮੈਂਟ ਦਾ ਵਿਸ਼ਲੇਸ਼ਣ ਕਰਨਾ ਹੈ, ਸਾਨੂੰ ਡਾਕੂਮੈਂਟ ਦੇਖਣੇ ਪੈਣਗੇ, ਉਹਨਾਂ ਵਿੱਚ ਕੀ ਅੰਕਿਤ ਸੀਗਾ ਤੇ ਇਹਦੇ ਵਿੱਚ ਕੀ ਅੰਕਿਤ ਹੈ। ਇਹਦੇ ਵਿੱਚ ਇਕੱਲੇ ਅੰਕਿਤ ਦੇ ਉੱਪਰ ਅਸੀਂ ਗੱਲ ਨਹੀਂ ਕਰ ਸਕਦੇ। ਲੇਕਿਨ ਜੋ ਇਹਦੇ ਵਿੱਚ ਲਿਖਿਆ ਗਿਆ ਹੈਗਾ, ਜੋ ਹੁਣ ਮੈਂ ਆਪਣੇ ਆਪ ਨੂੰ ਫੋਕਸ ਕਰਾਂਗਾ, ਉਹ ਸ਼ਬਦ ਜੋ ਬਰਾੜ ਸਾਹਿਬ ਜਾਂਦੇ ਜਾਂਦੇ ਟੱਚ ਕਰ ਗਏ ਸੀਗੇ। 2 ਗੱਲਾਂ ਕੀਤੀਆਂ। ਇੱਕ ਤਾਂ ਨਹਾਰੇ ਸ਼ਬਦ ਬਣਦਾ ਹੈਗਾ, ਨੈਸ਼ਨਲ ਹਾਇਰ ਐਜੂਕੇਸ਼ਨ ਰੈਗੂਲੇਟਰੀ ਅਥਾਰਟੀ। UGC ਨਹੀਂ ਰਹੇਗਾ, ਉਹ ਤਾਂ ਕੀ ਰੂਪ ਰਹਿ ਜਾਏਗਾ। ਇੱਕ ਸ਼ਬਦ ਆ ਗਿਆ NRF, ਨੈਸ਼ਨਲ ਰਿਸਰਚ ਫੰਡ। ਬੜੇ ਨਵੇਂ ਸ਼ਬਦ ਦਿੱਤੇ ਨੇ ਇਹਨਾਂ ਦਿਨਾਂ ਦੇ ਵਿੱਚ। ਪਿਛਲੇ 2014 ਤੋਂ ਲੈ ਕੇ ਅੱਜ 2019 ਚੱਲ ਰਿਹਾ ਹੈਗਾ, ਸਾਡੇ ਕੋਲ ਸ਼ਬਦਾਂ ਦਾ ਭੰਡਾਰ ਆਇਆ ਹੋਇਆ ਹੈਗਾ। ਤੇ ਇੱਕ ਡਾਕੂਮੈਂਟ ਮੇਰੇ ਕੋਲ ਅਵੇਲੇਬਲ ਹੈਗਾ, ਉਹ ਪਬਲਿਕ ਡਾਕੂਮੈਂਟ ਹੈ। ਯੋਜਨਾ ਮੈਗਜ਼ੀਨ ਆਉਂਦਾ ਹੈਗਾ, ਆਪਣੇ ਮਿਨਿਸਟਰੀ ਦਾ ਹੀ ਆਉਂਦਾ ਹੈਗਾ। ਯੋਜਨਾ ਨੇ ਇੱਕ ਮੈਗਜ਼ੀਨ ਕੱਢਿਆ, ਉਹਦਾ ਨਾਂ ਸੀਗਾ ਇਨੋਵੇਸ਼ਨ ਰੱਖਿਆ ਸੀਗਾ। ਉਹ ਜੋ ਹਾਇਰ ਐਜੂਕੇਸ਼ਨ ਦੇ ਵਿੱਚ ਇਨੋਵੇਸ਼ਨ ਦੇ ਨਾਂ ਦੇ ਉੱਪਰ ਜੋ ਵਿੱਚ ਸੰਸਥਾ ਨਾਂ ਲਿਖੇ ਗਏ ਨੇ, ਸ਼ਬਦ ਹਿੰਦੀ ਦੇ ਨੇ, ਲੇਕਿਨ ਉਹਦਾ ਮੀਨਿੰਗ ਅੰਗਰੇਜ਼ੀ ਵਿੱਚ ਹੈਗਾ। ਸੋ ਮੈਂ ਇਹਨਾਂ ਟਰਮਾਂ ਦਾ ਜ਼ਿਕਰ ਨਹੀਂ ਕਰਾਂਗਾ। ਇੰਨਾ ਹਾਸੋਹੀਣੀਆਂ ਹੈਗੀਆਂ ਨੇ, ਉਹਦੇ ਵਿੱਚ ਕਿਤੇ ਵੀ ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ਦੀ ਗੱਲ ਨਹੀਂ ਹੈਗੀ। ਉਹਦੇ ਵਿੱਚ ਕੇਵਲ ਇੱਕੋ ਗੱਲ ਹੋ ਰਹੀ ਹੈ ਕਿ ਬੱਚੇ ਨੇ ਪੜ੍ਹਨਾ ਹੈਗਾ, ਕਿਤੇ ਬੈਠ ਕੇ ਪੜ੍ਹ ਸਕਦਾ ਹੈਗਾ, ਆਨਲਾਈਨ ਕੋਰਸ ਨਹੀਂ ਪੜ੍ਹ ਸਕਦਾ ਹੈਗਾ। ਹੁਣ ਮੂਕਸ ਦਾ ਜ਼ਮਾਨਾ ਆ ਗਿਆ ਹੈਗਾ, ODL ਦਾ ਹੋ ਗਿਆ ਹੈਗਾ। ਪਰ ਕਿਤੇ ਵੀ ਜੋ ਇਹ ਟਾਕ ਹੈ, ਟੀਚਰ ਟਾਕ ਹੈ, ਸਟੂਡੈਂਟ ਟਾਕ ਹੈ, ਅਧਿਆਪਕ ਵਿਦਿਆਰਥੀ ਦਾ ਸੰਵਾਦ ਹੈ ਜਾਂ ਵਿਦਿਆਰਥੀ ਦਾ ਸੰਵਾਦ ਆ, ਇਸ ਬਾਰੇ ਇਸ ਡਾਕੂਮੈਂਟ 'ਚ ਕਿਤੇ ਵੀ ਕੁਝ ਨਹੀਂ ਲਿਖਿਆ ਗਿਆ। ਪੜ੍ਹਨ ਪੜ੍ਹਾਉਣ ਦੀ ਪ੍ਰਕਿਰਿਆ ਬਾਰੇ ਇਸ ਵਿੱਚ ਕਿਤੇ ਵੀ ਕੁਝ ਦਰਜ ਨਹੀਂ ਹੈਗਾ। ਇੱਕੋ ਚੀਜ਼ ਦਾ ਦਰਜ ਹੈ ਕਿ ਬਾਰ-ਬਾਰ ਅਸੀਂ ਟੈਕਨੋਲੋਜੀ ਬੇਸਡ ਐਜੂਕੇਸ਼ਨ ਕਰ ਦਿਆਂਗੇ। ਸਾਨੂੰ ਕਲਾਸਰੂਮ 'ਚ ਜ਼ਰੂਰਤ ਨਹੀਂ ਰਹੇਗੀ, ਸਾਨੂੰ ਪੜ੍ਹਨ ਪੜ੍ਹਾਉਣ ਦੀ ਜ਼ਰੂਰਤ ਨਹੀਂ ਰਹੇਗੀ। ਸਾਨੂੰ ਸਿਰਫ TV ਰਾਹੀਂ, ਸਾਨੂੰ ਕੰਪਿਊਟਰ ਰਾਹੀਂ, ਸਾਨੂੰ ਇੰਟਰਨੈਟ ਰਾਹੀਂ ਅਸੀਂ ਉੱਥੋਂ ਬੱਚਾ ਕਿਤੇ ਬੈਠੇ ਕੁਛ ਹੀ ਪੜ੍ਹ ਲਏਗਾ। ਔਰ ਮੈਨੂੰ ਯਾਦ ਆ ਰਿਹਾ ਹੈਗਾ ਕਿ ਸੈਮ ਪਿਤਰੋਦਾ ਦਾ ਮੈਂ ਇਸ ਲਈ ਜ਼ਿਕਰ ਕਰ ਰਿਹਾ ਕਿ ਕੰਟੀਨਿਊਟੀ ਦੇ ਵਿੱਚ ਗੱਲਾਂ ਹੁੰਦੀਆਂ ਨੇ, ਚਾਹੇ ਪਿਛਲੀ ਸਰਕਾਰ ਸੀ ਚਾਹੇ ਇਹ ਸਰਕਾਰ ਹੈ। ਸੈਮ ਪਿਤਰੋਦਾ ਜੋ ਨੈਸ਼ਨਲ ਨੌਲੇਜ ਕਮਿਸ਼ਨ ਬਣਦਾ ਹੈਗਾ ਮਨਮੋਹਨ ਸਿੰਘ ਦੀ ਸਰਕਾਰ ਦੇ ਸਮੇਂ, ਤੇ ਸੈਮ ਪਿਤਰੋਦਾ ਕੌਣ ਸੀ ਸ਼ਾਇਦ ਕੁਝ ਲੋਕੀ ਜਾਣਦੇ ਹੋਣਗੇ। ਉਹਦੀ ਬੈਕਗਰਾਊਂਡ ਰਾਜੀਵ ਗਾਂਧੀ ਨਾਲ ਜੁੜੀ ਹੋਈ ਹੈਗੀ ਆ। ਜਦੋਂ ਰਾਜੀਵ ਗਾਂਧੀ ਆਉਂਦਾ ਹੈਗਾ ਸੱਤਾ ਦੇ ਵਿੱਚ ਤੇ 5 ਟੈਕਨੋਲੋਜੀ ਮਿਸ਼ਨ ਲੈ ਕੇ ਆਉਂਦੇ ਨੇ, ਤੇ ਟੈਕਨੋਲੋਜੀ ਮਿਸ਼ਨ ਨੂੰ ਲੀਡ ਕਰਨ ਵਾਲਾ ਸੈਮ ਪਿਤਰੋਦਾ ਸੀ। ਹਾਲੇ ਜਿਉਂਦਾ ਹੈਗਾ, ਠੀਕ ਠਾਕ ਹੈ, ਤੇ ਗੱਲਾਂ ਮਾੜੀਆਂ ਕਰਦਾ ਬੰਦਾ ਠੀਕ ਹੈ। ਤੇ ਉਹਨੇ ਸ਼ਾਇਦ ਇਹਨਾਂ ਇਲੈਕਸ਼ਨਾਂ ਵਿੱਚ ਕੋਈ ਸਟੇਟਮੈਂਟ ਵੀ ਦੇ ਬੈਠਿਆ ਸੀਗਾ 1984 ਬਾਰੇ, ਸੈਮ ਪਿਤਰੋਦਾ। ਖੈਰ, ਸੈਮ ਪਿਤਰੋਦਾ ਨੇ ਉਦੋਂ ਕਿਹਾ 2000 ਜੋ ਪਹਿਲਾ ਡਾਕੂਮੈਂਟ ਸੀਗਾ ਕਿ ਹਿੰਦੁਸਤਾਨ ਦੇ ਵਿੱਚ ਤਕਰੀਬਨ 1400 ਯੂਨੀਵਰਸਿਟੀਆਂ ਹੋਣੀਆਂ ਚਾਹੀਦੀਆਂ ਨੇ। 1400 ਹਾਲੇ ਬਣੀਆਂ ਨਹੀਂ, ਕਿਉਂਕਿ ਸਰ 900 ਤੇ ਰੁਕ ਗਿਆ ਹੋਇਆ ਅੰਕੜਾ, 900 ਤੇ ਹੈ। 1400 ਯੂਨੀਵਰਸਿਟੀ ਦੇ ਹੋਣ ਦਾ ਮਤਲਬ ਹੈ ਕਿ ਹਿੰਦੁਸਤਾਨ ਦੇ 600 ਜ਼ਿਲ੍ਹੇ ਨੇ ਤੇ ਇੱਕ ਜ਼ਿਲ੍ਹੇ ਦੇ ਵਿੱਚ ਤੁਹਾਨੂੰ 2 ਜਾਂ 3 ਯੂਨੀਵਰਸਿਟੀ ਨਜ਼ਰ ਆਉਣਗੀਆਂ। ਜਦੋਂ ਅਸੀਂ ਪੜ੍ਹਦੇ ਸੀ ਜਾਂ ਪੜ੍ਹਨ ਤੋਂ ਬਾਅਦ ਅਸੀਂ ਨੌਕਰੀ ਕਰ ਰਹੇ ਹਾਂ, ਇੱਕ ਸਟੇਟ ਦੇ ਵਿੱਚ 1 ਜਾਂ 2 ਯੂਨੀਵਰਸਿਟੀਆਂ ਹੁੰਦੀਆਂ ਸੀਗੀਆਂ, 20 ਤੋਂ 40 ਕਾਲਜ ਹੁੰਦੇ ਸੀਗੇ, ਤੇ ਹਜ਼ਾਰਾਂ ਵੀ ਸਕੂਲ ਹੁੰਦੇ ਸੀਗੇ। ਸੈਕੰਡਰੀ ਸਕੂਲ ਘੱਟ ਸੀਗੇ, ਪ੍ਰਾਇਮਰੀ ਸਕੂਲ ਜ਼ਿਆਦਾ ਹੁੰਦੇ ਸੀਗੇ। ਇਹ ਸਾਡਾ ਵਿਦਿਅਕ ਢਾਂਚਾ ਹੈਗਾ। ਉਹ ਸਿੱਖਿਆ ਸੰਸਥਾਨਾਂ ਦੀ ਗਿਣਤੀ ਘੱਟ ਹੈ, ਫਿਰ ਕਾਲਜ ਨੇ, ਫਿਰ ਸਕੂਲ ਨੇ, ਫਿਰ ਪ੍ਰਾਇਮਰੀ ਸਕੂਲ ਨੇ, ਤੇ ਆਂਗਣਵਾੜੀ ਬਾਲਵਾੜੀ ਸਾਡੇ ਸਭ ਥੱਲੇ ਨੇ ਜੋ ਪੂਰੀ ਜਨਤਾ ਲਈ ਨੇ। ਸੋ ਪਿਰਾਮਿਡ ਬਣਦਾ ਹੈਗਾ। ਸੋ ਹੁਣ ਪਿਰਾਮਿਡ ਕਿੱਦਾਂ ਬਣ ਕੇ ਆ ਰਿਹਾ, ਇੱਥੇ ਜ਼ਿਆਦਾ ਨੇ, ਇੱਦਾਂ ਘੱਟ ਨੇ।
ਉੱਚ ਸਿੱਖਿਆ ਸੰਸਥਾਨ ਜ਼ਿਆਦਾ ਹੋਣਗੇ, ਸਕੂਲ ਕਿਹੜੇ ਹੋਣਗੇ ਜਿਹੜੇ ਆਮ ਵਿਅਕਤੀ ਲਈ ਨਹੀਂ ਹੋਣਗੇ। ਮੈਂ ਉਹਨਾਂ 14 ਸੰਸਥਾਵਾਂ ਦੇ ਵਿੱਚ ਅਸੀਂ ਹੁਣ ਆਪਣੇ ਜ਼ਿਲ੍ਹਿਆਂ ਦੀ ਨਜ਼ਰ ਮਾਰੀਏ, ਸਾਨੂੰ 2-3 ਯੂਨੀਵਰਸਿਟੀਆਂ ਦਿਖ ਰਹੀਆਂ ਨੇ, ਕਿਤੇ 4 ਵੀ ਦਿਖਦੀਆਂ ਨੇ। ਹਿਮਾਚਲ ਦਾ ਇੱਕ ਜ਼ਿਲ੍ਹਾ ਹੈ ਸਾਡਾ, ਸਰਹੱਦੀ ਜ਼ਿਲ੍ਹਾ ਹੈਗਾ ਸੋਲਨ, ਉੱਥੇ 16 ਯੂਨੀਵਰਸਿਟੀਆਂ ਨੇ। ਔਰ ਇੱਕ ਤਹਿਸੀਲ ਹੈ ਸੁਲਤਾਨਪੁਰ, ਉਹਦੇ ਵਿੱਚ 3 ਯੂਨੀਵਰਸਿਟੀਆਂ ਨੇ। ਸਰਕਾਰੀ ਸਕੂਲ ਇੱਕ ਹੈਗਾ, 3 ਯੂਨੀਵਰਸਿਟੀਆਂ ਨੇ। ਉੱਥੇ ਕਿਹੜੇ ਬੱਚੇ ਪੜ੍ਹਦੇ ਨੇ? ਉੱਥੇ ਕੋਈ ਬੱਚਾ ਵੀ ਆਮ ਪਰਿਵਾਰਾਂ ਦਾ ਬੱਚਾ ਨਹੀਂ ਪੜ੍ਹ ਰਿਹਾ, ਕੋਈ ਹਿਮਾਚਲ ਦਾ ਬੱਚਾ ਨਹੀਂ ਪੜ੍ਹ ਰਿਹਾ ਹੈਗਾ। ਉਹਨਾਂ ਸਕੂਲਾਂ 'ਚ ਕੌਣ ਪੜ੍ਹਦਾ ਹੈਗਾ, ਉਹਨਾਂ ਕਾਲਜਾਂ ਵਿੱਚ ਕੌਣ ਪੜ੍ਹਦਾ, ਯੂਨੀਵਰਸਿਟੀਆਂ 'ਚ ਕੌਣ ਪੜ੍ਹਦਾ, ਇਹਦਾ ਹਲੇ ਅਸੀਂ ਵਿਸ਼ਲੇਸ਼ਣ ਨਹੀਂ ਕੀਤਾ ਹੈਗਾ। ਇਹਦੀ ਵਿਸ਼ਲੇਸ਼ਣ ਦੀ ਜ਼ਰੂਰਤ ਹੈਗੀ ਹੈ। ਉਹ ਯੂਨੀਵਰਸਿਟੀਆਂ ਕੈਸੀਆਂ ਨੇ, ਉਹ ਕਿਹਨੂੰ ਸਰਵ ਕਰ ਰਹੀਆਂ ਨੇ? ਕੁਛ ਬਰਾੜ ਸਾਹਿਬ ਜੋ ਜ਼ਿਕਰ ਕਰ ਰਹੇ ਸੀ, ਪੁਰੀ ਸਾਹਿਬ ਜੀ ਜ਼ਿਕਰ ਕਰ ਗਏ ਨੇ, ਸਿਰਫ ਸਾਧਨ ਸੰਪੰਨ ਪਰਿਵਾਰਾਂ ਦੇ ਬੱਚਿਆਂ ਲਈ ਨੇ। ਉਹਨਾਂ ਲਈ ਕਿਸੇ ਦਾ ਵੀ ਸੰਸਥਾ ਦਾ, ਜੋ ਪ੍ਰਾਈਵੇਟ ਦੌਰ ਦੇ ਵਿੱਚ ਸੰਸਥਾਵਾਂ ਆਈਆਂ ਨੇ, ਕਿਸ ਦਾ ਵੀ ਸਿੱਖਿਆ ਦਾ ਨਾਲ ਸਰੋਕਾਰ ਨਹੀਂ, ਸਮਾਜ ਨਾਲ ਸਰੋਕਾਰ ਨਹੀਂ, ਦੇਸ਼ ਨਾਲ ਸਰੋਕਾਰ ਨਹੀਂ। ਤਿੰਨੇ ਸ਼ਬਦ ਮੈਂ ਰਿਪੀਟ ਕਰਦਾ, ਜੋ ਪ੍ਰਾਈਵੇਟ ਯੂਨੀਵਰਸਿਟੀ ਅੱਜ ਦੇ ਦੌਰ ਵਿੱਚ ਆਈਆਂ ਨੇ, ਉਹਦਾ ਸਿੱਖਿਆ ਨਾਲ ਕੋਈ ਸਰੋਕਾਰ ਨਹੀਂ, ਸਮਾਜ ਨਾਲ ਕੋਈ ਸਰੋਕਾਰ ਨਹੀਂ, ਨਾ ਦੇਸ਼ ਨਾਲ ਕੋਈ ਸਰੋਕਾਰ ਹੈ। ਉਹ ਡਾਕਟਰ ਜੋਗਾ ਸਿੰਘ ਦੇ ਸ਼ਬਦ ਸ਼ੁਰੂ 'ਚ ਮੈਨੂੰ ਥੋੜ੍ਹੇ ਜ਼ਿਆਦਾ ਲੱਗ ਰਹੇ ਸੀਗੇ, ਜ਼ਿਆਦਾ ਹੈਵੀ ਸੀਗੇ, ਜਦੋਂ ਕਿਹਾ ਕਿ ਡਰਾਫਟ ਪਾਲਿਸੀ ਇੱਕ ਦੇਸ਼ ਧਰੋਹੀ ਸਟੈਪ ਹੈ। ਉਹ ਦੇਸ਼ ਧਰੋਹੀ ਸਟੈਪ ਸਾਨੂੰ ਇਹਦੇ ਵਿੱਚ ਨਜ਼ਰ ਆਉਂਦਾ ਹੈਗਾ ਕਿ ਅਸੀਂ ਉਹ ਸੰਸਥਾਵਾਂ ਬਣਾ ਰਹੇ ਹਾਂ ਜਿਨ੍ਹਾਂ ਦੇ ਰਾਹੀਂ ਜੋ ਵਿਦਿਆਰਥੀ ਪੜ੍ਹ ਕੇ ਨਿਕਲੇਗਾ, ਜੋ ਅਧਿਆਪਕ ਉੱਥੇ ਪੜ੍ਹਾ ਰਿਹਾ ਹੈ, ਉਹਨਾਂ ਦਾ ਸਮਾਜ ਨਾਲ, ਦੇਸ਼ ਨਾਲ ਕੋਈ ਸੰਬੰਧ ਨਹੀਂ ਹੈ। ਇੱਕ ਏਲੀਅਨ ਵਰਲਡ ਅਸੀਂ ਖੜਾ ਕਰ ਰਹੇ ਹੈਗੇ ਹਾਂ। ਮੈਂ ਕੁਝ ਰਿਪੋਰਟਾਂ ਦਾ ਜ਼ਿਕਰ ਕਰਾਂਗਾ, ਉਸ ਤੋਂ ਪਹਿਲਾਂ ਮੈਂ ਇੱਕ ਆਪਣੀ ਗੱਲ ਪੂਰੀ ਕਰਨੀ ਚਾਹਾਂਗਾ। ਅਸੀਂ ਜੋ ਨੇ ਇੱਥੇ ਬੈਠੇ ਹੋਏ ਹਾਂ, ਸ਼ਾਇਦ ਸਾਡੇ ਜ਼ਿਆਦਾ ਜੋ ਬੈਠੇ ਹੋਏ ਨੇ, ਚਾਹੇ ਅਧਿਆਪਕ ਸਾਹਿਬਾਨ ਨੇ, ਮੈਂ ਵੀ ਉਹਨਾਂ ਵਿੱਚ ਸ਼ਾਮਲ ਹਾਂ, ਅਤੇ ਵਿਦਿਆਰਥੀ ਨੇ, ਇਹ ਸ਼ਾਇਦ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਆਏ ਹੋਏ ਨੇ ਜ਼ਿਆਦਾ। ਜਿਨ੍ਹਾਂ ਸਰਕਾਰੀ ਸਕੂਲਾਂ ਨੂੰ ਅਸੀਂ ਮਾੜਾ ਕਹਿੰਦੇ ਹਾਂ, ਮੈਨੂੰ ਤਾਂ ਕਦੇ ਮਾੜਾ ਨਹੀਂ ਲੱਗਿਆ, ਉਹ ਸਕੂਲ ਉਨਾ ਹੀ ਵਧੀਆ ਹੈਗਾ ਜਿਸ ਸਕੂਲੇ ਮੈਨੂੰ ਇੱਥੇ ਤੱਕ ਪਹੁੰਚਾਇਆ ਹੈ। ਪੁਰੀ ਸਾਹਿਬ ਬੈਠੇ ਹੋਏ ਨੇ, ਜਿਹਨੂੰ ਮੈਂ ਅਥੈਂਟਿਸਿਟੀ ਕਹਿ ਰਿਹਾ। ਅਸੀਂ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਆਏ, ਜਿਹੜੇ ਅਧਿਆਪਕ ਨੇ ਸਾਨੂੰ ਪੜ੍ਹਾਇਆ ਹੈ, ਚਾਹੇ ਪ੍ਰਾਇਮਰੀ ਸਕੂਲ ਦਾ ਸੀ, ਚਾਹੇ ਸੈਕੰਡਰੀ ਸਕੂਲ ਦਾ ਸੀ, ਚਾਹੇ ਕਾਲਜ ਦਾ ਟੀਚਰ ਸੀਗਾ, ਚਾਹੇ ਯੂਨੀਵਰਸਿਟੀ ਦਾ ਟੀਚਰ ਸੀਗਾ, ਉਹਨਾਂ ਦੀ ਬਦੌਲਤ ਅਸੀਂ ਇੱਥੇ ਤੱਕ ਪਹੁੰਚੇ ਹਾਂ। ਜੇ ਅਸੀਂ ਇੱਥੇ ਤੱਕ ਪਹੁੰਚੇ ਹਾਂ ਤਾਂ ਸਰਕਾਰੀ ਸਕੂਲਾਂ ਦੇ ਮੁਕਾਬਲੇ ਪ੍ਰਾਈਵੇਟ ਕਾਲਜਾਂ ਸਕੂਲਾਂ, ਸਰਕਾਰੀ ਸਕੂਲਾਂ ਦੇ ਮੁਕਾਬਲੇ, ਸਰਕਾਰੀ ਕਾਲਜਾਂ ਦੇ ਮੁਕਾਬਲੇ, ਸਰਕਾਰੀ ਯੂਨੀਵਰਸਿਟੀਆਂ ਦੇ ਮੁਕਾਬਲੇ ਪ੍ਰਾਈਵੇਟ ਸੰਸਥਾਵਾਂ ਦੀ ਜ਼ਰੂਰਤ ਕਿਉਂ ਪਈ? ਅਸੀਂ ਇਹਨਾਂ ਸੰਸਥਾਵਾਂ ਨੂੰ ਅੱਗੇ ਲੈ ਕੇ ਜਾਣਾ ਸੀਗਾ, ਇਹਨੂੰ ਜ਼ਿਆਦਾ ਵਧੀਆ ਬਣਾਉਣਾ ਸੀਗਾ, ਜਾਂ ਇਹਨਾਂ ਸੰਸਥਾਵਾਂ ਨੂੰ ਅਸੀਂ ਪਰੇ ਹਟਾ ਕੇ ਉਹ ਸੰਸਥਾਵਾਂ ਖੜੀਆਂ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਕਰ ਰਹੇ ਹਾਂ ਜਿਨ੍ਹਾਂ ਦਾ ਸਮਾਜ ਨਾਲ, ਸਿੱਖਿਆ ਨਾਲ ਕੋਈ ਸਰੋਕਾਰ ਨਹੀਂ। ਸਾਡੇ ਕੋਲ ਰਿਪੋਰਟਾਂ ਆਉਂਦੀਆਂ ਨੇ 90 ਦੇ ਦਹਾਕੇ ਤੋਂ ਸ਼ੁਰੂ ਕਰਦੇ ਹਾਂ, 2-3 ਗੱਲਾਂ ਦਾ ਜ਼ਿਕਰ ਕਰਦੇ ਹਾਂ। ਅਨਿਲ ਸਦਕਪਾਲ ਜੀ ਦੇ ਸ਼ਬਦ ਨੇ ਉਹ, ਕਿ ਅਸੀਂ ਪਹਿਲਾਂ ਸਰਕਾਰੀ ਸੰਸਥਾਵਾਂ ਨੂੰ ਨਿੰਦਿਆ, ਕੋਸਿਆ ਅਤੇ ਪ੍ਰਾਈਵੇਟ ਸੰਸਥਾਵਾਂ ਖੜੀਆਂ ਕੀਤੀਆਂ। ਉਹਨਾਂ ਵਿੱਚ ਸਾਡੇ ਕੋਲ ਇੱਕ ਸੰਸਥਾ ਹੈਗੀ ਆ ਜੋ ਐਲੀਮੈਂਟਰੀ ਐਜੂਕੇਸ਼ਨ ਦੇ ਉੱਪਰ ਗੱਲ ਕਰਦੀ ਹੈਗੀ ਆ, ਪ੍ਰਥਮ ਹੈਗੀ ਆ, NGO ਹੈਗੀ ਆ, ਅਤੇ ਉਹਦੀਆਂ ਜੋ ਰਿਪੋਰਟਾਂ ਆਉਂਦੀਆਂ ਨੇ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਮ ਨਹੀਂ ਆਉਂਦਾ, ਉਹਨਾਂ ਨੂੰ ਆਮ ਨਹੀਂ ਆਉਂਦਾ, 8ਵੀਂ ਦੇ ਬੱਚੇ ਨੂੰ ਇਹ ਵੀ ਨਹੀਂ ਆਉਂਦਾ, ਤੀਜੀ ਦੇ ਬੱਚੇ ਨੂੰ ਇਹ ਵੀ ਨਹੀਂ ਆਉਂਦਾ, ਉਹਨੂੰ ਇਹ ਨਹੀਂ ਆਉਂਦਾ। ਪਰ ਉਹ ਇਹ ਗੱਲ ਨਹੀਂ ਕਰਦਾ ਹੈਗਾ ਕਿ ਜਿਨ੍ਹਾਂ ਨੂੰ ਆਉਂਦਾ ਹੈਗਾ ਉਹ ਕੌਣ ਨੇ। ਜੇ ਜਿਹਨੂੰ ਨਹੀਂ ਆਉਂਦਾ ਅਸੀਂ ਉਹਨਾਂ ਦਾ ਜ਼ਿਕਰ ਕਰਦੇ ਹਾਂ, ਜਿਹਨਾਂ ਨੂੰ ਆਉਂਦਾ ਹੈਗਾ ਉਹਨਾਂ ਦਾ ਜ਼ਿਕਰ ਨਹੀਂ ਕਰਦੇ ਹੈਗੇ। ਜੇ ਕਿਸੇ ਵੀ ਜੋ ਜਿਨ੍ਹਾਂ ਨੇ B.Ed ਕੀਤੀ ਹੋਈ ਆ, ਜਾਂ ਐਜੂਕੇਸ਼ਨ ਵਿਸ਼ੇ ਨਾਲ ਸੰਬੰਧਿਤ ਹੈਗੇ ਨੇ, ਜਾਂ ਜਿਹੜੇ ਸਾਈਕੋਲੋਜੀ ਨਾਲ ਸੰਬੰਧਿਤ ਹੈਗੇ ਨੇ, ਜੋ ਥੋੜ੍ਹੀ ਜਿਹੀ ਵੀ ਮੁਲਾਂਕਣ ਦੀ ਗੱਲ ਨੂੰ ਸਮਝਦੇ ਨੇ ਕਿ ਮੁਲਾਂਕਣ ਕਿੱਦਾਂ ਕੀਤਾ ਜਾਂਦਾ ਹੈਗਾ, ਐਗਜ਼ਾਮੀਨੇਸ਼ਨ ਸਿਸਟਮ ਅਸੀਂ ਨੰਬਰ ਕਿੱਦਾਂ ਲਾਉਂਦੇ ਆ, ਜਿਹੜੇ ਅਧਿਆਪਕ ਸਾਥੀ ਬੈਠੇ ਨੇ ਅਤੇ ਵਿਦਿਆਰਥੀ ਵੀ ਬੈਠੇ ਜਿਨ੍ਹਾਂ ਥੋੜ੍ਹਾ ਜਿਹਾ ਤਜਰਬਾ ਹੋਏਗਾ, ਜਦੋਂ ਅਸੀਂ 10 ਵਿੱਚੋਂ ਨੰਬਰ ਲਾਉਂਦੇ ਆ ਨਾ, 5 ਜਾਂ 6 ਲਾਉਂਦੇ ਆ, ਕਿਸੇ ਨੂੰ 7, ਕਿਸੇ ਨੂੰ 8, ਕਿਸੇ ਨੂੰ 9 ਦਿੰਦੇ ਆ। ਜੇ 2 ਬੱਚਿਆਂ ਦੇ ਪੇਪਰ ਇੱਕੋ ਜਿਹੇ, 2 ਉਹਨਾਂ ਦੇ 9 ਬਣਦੇ, 9 ਦਿਨ ਤੋਂ ਕਤਰਾਉਂਦੇ ਆ, ਥੱਲੇ ਨੂੰ ਆ ਜਾਂਦੇ ਆ। ਅਸੀਂ 5 ਜਾਂ 6, 10 ਵਿੱਚੋਂ 50-50 ਅੱਧ ਵਿਚਾਰ ਰੱਖਦੇ ਆ, 6-7 ਜਾਂ 4-5-6-7, ਇਹ ਐਵਰੇਜ ਕੱਢਦੇ ਆ। ਐਵਰੇਜ ਕੀ ਹੈਗਾ? 50%।
ਸਾਡਾ ਮੁਲਾਂਕਣ ਸਿਸਟਮ ਇਸ ਗੱਲ ਤੇ ਟਿਕਿਆ ਹੋਇਆ ਹੈਗਾ ਕਿ ਜ਼ਿਆਦਾ ਵਿਦਿਆਰਥੀਆਂ ਨੂੰ ਅਸੀਂ 40-60 ਦੀ ਜਾਂ 30-70 ਦੇ ਪਰਸੈਂਟੇਜ ਰੱਖਣਾ ਹੈਗਾ, ਕੁਝ ਨੂੰ 70 ਤੋਂ ਉੱਪਰ ਰੱਖਣਾ, ਕੁਝ ਨੂੰ 80 ਤੋਂ ਉੱਪਰ ਰੱਖਣਾ, ਉਧਰ ਕੁਝ ਨੂੰ ਉਧਰੋਂ ਅਸੀਂ 30 ਤੋਂ ਥੱਲੇ ਲੈ ਕੇ ਜਾਵਾਂਗੇ। ਜੋ 30 ਤੋਂ ਥੱਲੇ ਜਾਣੇ ਵਾਲੇ ਵੀ ਹੋਣਗੇ ਨਾ, ਸੋ ਅਸਲ ਦੀ ਰਿਪੋਰਟ ਜੋ 30 ਤੋਂ ਥੱਲੇ ਜਾਣ ਵਾਲੇ ਉਹਦੀ ਗੱਲ ਤਾਂ ਕਰਦੀ ਹੈ, ਜਿਹੜੇ 70 ਤੋਂ ਉੱਪਰ ਗਏ ਹੋਏ ਨੇ ਉਹਦੀ ਗੱਲ ਨਹੀਂ ਕਰਦੀ। ਜਿਹੜਾ ਉਹਨਾਂ ਸਰਕਾਰੀ ਸਕੂਲਾਂ ਵਿੱਚ 80% ਵਾਲਾ ਬੱਚਾ ਹੈਗਾ, ਜਿਹੜਾ ਉਹਨਾਂ 'ਚ ਕੋਈ IAS ਅਫਸਰ ਬਣਿਆ ਹੈਗਾ, ਮੈਡੀਕਲ ਡਾਕਟਰ ਬਣਿਆ ਹੈਗਾ, ਅਸੀਂ ਉਹਦਾ ਜ਼ਿਕਰ ਨਹੀਂ ਕਰਦੇ। ਜੋ ਫੇਲ ਹੋ ਗਿਆ ਵਿਚਾਰਾ, ਜੋ ਸਾਡੇ ਲਈ ਇੱਕ ਚੁਣੌਤੀ ਦਾ ਵਿਸ਼ਾ ਸੀਗਾ, ਉਹਨੂੰ ਅਸੀਂ ਵਿਚਾਰਾ ਮੰਨ ਕੇ, ਮਾੜਾ ਮੰਨ ਕੇ ਪੂਰੀ ਸਿੱਖਿਆ ਦੀ ਜੋ ਸਿਸਟਮ ਹੈਗਾ ਉਹਨੂੰ ਨਕਾਰਨ ਦੀ ਕੋਸ਼ਿਸ਼ ਕੀਤੀ ਹੈ। ਮੇਰੇ ਤੋਂ ਕੋਈ ਗਲਤੀ ਹੋ ਗਈ ਆ, ਪੁਰੀ ਸਾਹਿਬ ਤੋਂ ਗਲਤੀ ਹੋ ਗਈ ਆ, ਬਰਾੜ ਸਾਹਿਬ ਤੋਂ ਗਲਤੀ ਹੋ ਗਈ ਆ, ਅਸੀਂ 3 ਬੰਦਿਆਂ ਦਾ ਸੈਂਪਲ ਲੈ ਕੇ ਪੂਰੀ ਟੀਚਰ ਕਮਿਊਨਿਟੀ ਨੂੰ ਬੁਰਾ ਮਤ ਕਹੀਏ। ਸੋ ਸਕੂਲੀ ਸਿੱਖਿਆ ਦੇ ਵਿੱਚ ਕੁਝ ਬੱਚਿਆਂ ਨੇ ਘੱਟ ਪ੍ਰਾਪਤੀ ਕੀਤੀ ਹੈ, ਕੁਝ ਨੇ ਜ਼ਿਆਦਾ ਪ੍ਰਾਪਤੀ ਕੀਤੀ ਹੈ। ਘੱਟ ਪ੍ਰਾਪਤੀ ਵਾਲੇ ਬੱਚਿਆਂ ਦੇ ਬੇਸ ਦੇ ਉੱਪਰ ਅਸੀਂ ਸਿੱਖਿਆ ਸਿਸਟਮ ਦਾ ਮੁਲਾਂਕਣ ਨਾ ਕਰੀਏ। ਸੋ ਅਸੀਂ ਬਹੁਤ ਗਲਤੀ ਕਰ ਚੁੱਕੇ ਹਾਂ, ਆਪਣੇ ਸਿਸਟਮ ਨੂੰ ਖੁਦ ਹੀ ਢਾਉਣ ਦੀ ਕੋਸ਼ਿਸ਼ ਕੀਤੀ ਹੈ। ਉਸ ਤੋਂ ਬਾਅਦ ਅਸਲ ਦੀਆਂ ਰਿਪੋਰਟਾਂ ਦੇ ਵਿੱਚ ਇੱਕ ਸ਼ਬਦ ਬੜਾ ਵਧੀਆ ਆਇਆ ਕਿ ਹੁਣ ਉਹ ਮਿਨਿਸਟਰੀ ਦੇ ਗਵਰਨਮੈਂਟ ਆਫ ਇੰਡੀਆ ਦੇ ਜੋ ਇਕਨੋਮਿਕ ਸਰਵੇ ਉਹਨਾਂ ਵਿੱਚ ਉਹਦੀ ਰਿਪੋਰਟ ਦੀ ਲਿਖੀ ਜਾਂਦੀ ਆ ਕਿ ਹੁਣ ਪ੍ਰਾਈਵੇਟ ਸਕੂਲ ਵਿੱਚ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਇੰਨੇ % ਹੋ ਗਈ ਆ, ਔਰ ਇੱਕ ਅੱਛਾ ਕਦਮ ਹੈ। ਸਰਕਾਰ ਖੁਦ ਕਹਿੰਦੀ ਆ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਘਟੇ ਅਤੇ ਪ੍ਰਾਈਵੇਟ 'ਚ ਵਧੇ, ਉਹ ਸਰਕਾਰ ਲਈ ਵਧੀਆ ਗੱਲ ਮੰਨੀ ਗਈ ਆ। ਸਰਕਾਰ ਦੇ ਡਾਕੂਮੈਂਟ ਬੋਲਦੇ ਨੇ ਇਕਨੋਮਿਕ ਸਰਵੇ, ਜਿਹਦੇ ਬੇਸ ਤੇ ਉੱਪਰ ਦੇਸ਼ ਦੀ ਪਲੈਨਿੰਗ ਚੱਲਦੀ ਆ। ਸੋ ਐਜੂਕੇਸ਼ਨ ਸਿਸਟਮ ਦੇ ਵਿੱਚ ਜੋ ਤਬਦੀਲੀਆਂ ਹੋਈਆਂ ਨੇ ਉਹਨਾਂ ਦਾ ਤਾਂ ਇੱਕ ਸਰੋਕਾਰ ਸਰਕਾਰਾਂ ਨਾਲ ਹੈਗਾ, ਚਾਹੇ ਸਰਕਾਰ ਹੁੰਦੀ ਆ ਜਾਂ ਤੋਂ ਪਹਿਲਾਂ ਦੀ ਸੀ, ਕੋਈ ਜ਼ਿਆਦਾ ਫਰਕ ਨਹੀਂ ਹੈਗਾ। ਲੇਕਿਨ ਇਹ ਵਰਤਾਰੇ ਸਾਡੇ ਨਾਲ ਚੱਲ ਰਹੇ ਨੇ। ਸਾਡੇ ਵਾਸਤੇ ਜੋ 2 ਚੁਣੌਤੀਆਂ ਜਿਨ੍ਹਾਂ ਦਾ ਮੈਂ ਫਾਈਨਲੀ ਤੁਹਾਡੇ ਨਾਲ ਆਖਰੀ ਸ਼ਬਦ ਕਰਾਂਗਾ, ਜੋ ਰਿਪੋਰਟ ਦੇ ਵਿੱਚ ਅੰਕਿਤ ਨੇ NRF ਦੇ ਉੱਪਰ ਇੱਕ ਸ਼ਬਦ ਪੁਰੀ ਸਾਹਿਬ ਵਰਤ ਕੇ ਗਏ ਸੀਗੇ, ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ ਦਾ। ਜੋ ਫਿਲਾਂਥਰੋਪੀ ਸੀਗੀ, ਪਹਿਲਾਂ ਜੋ ਖਾਲਸੇ ਸਕੂਲ ਆਏ, ਕਾਲਜ ਆਏ, ਖਾਲਸਾ ਯੂਨੀਵਰਸਿਟੀ ਬਣ ਗਈ ਸੀ, ਪਰ ਰੁਕ ਗਈ। ਉਹ ਖਾਲਸਾ ਯੂਨੀਵਰਸਿਟੀ ਖਾਲਸਿਆਂ ਵਾਸਤੇ ਨਹੀਂ ਸੀਗੀ, ਉਹ ਪ੍ਰਾਈਵੇਟ ਯੂਨੀਵਰਸਿਟੀ ਸੀਗੀ। ਉਹ ਮਜੀਠੀਆ ਦੀ ਯੂਨੀਵਰਸਿਟੀ ਸੀਗੀ, ਉਹ ਖਾਲਸਾ ਯੂਨੀਵਰਸਿਟੀ ਨਹੀਂ ਸੀਗੀ। ਜੋ ਖਾਲਸਾ ਕਾਲਜ ਨੂੰ ਕੱਟ ਕੇ ਬਣਾਈ ਜਾ ਰਹੀ ਸੀਗੀ, ਖਾਲਸਾ ਕਾਲਜ ਦਾ ਇੱਕ ਟੁਕੜਾ ਖਾਲਸਾ ਯੂਨੀਵਰਸਿਟੀ ਵੱਜਦਾ ਸੀਗਾ। ਜਦ ਕਿ ਯੂਨੀਵਰਸਿਟੀਆਂ ਦਾ ਜੋ ਸਿਧਾਂਤ ਹੈਗਾ ਬਹੁਤ ਵਿਆਪਕ ਹੈਗਾ। ਸਾਨੂੰ ਯੂਨੀਵਰਸਿਟੀ ਦੇ ਸ਼ਬਦ ਦੇ ਮੀਨਿੰਗ ਵੀ ਸਾਨੂੰ ਦੁਬਾਰਾ ਕਿਤੇ ਪੜ੍ਹਨੇ ਪੈਣਗੇ, ਉਹਨੂੰ ਦੁਬਾਰਾ ਦੇਖਣਾ ਪਏਗਾ। ਜਿਹੜੇ ਫਿਰ ਪੁਲਿਸ ਦੇ ਸ਼ਬਦ ਆ ਰਹੇ ਨੇ, ਡੇਰਿਆਂ ਦੇ ਕਾਲਜ, ਮੈਨੂੰ ਯਾਦ ਆਉਂਦਾ ਹੈਗਾ ਸਿੱਧਵਾਂ ਦਾ ਕਾਲਜ, ਸੁਧਾਰ ਵਾਲਾ ਕਾਲਜ, ਸੁਖਾਨੰਦ ਵਾਲਾ ਕਾਲਜ, ਜਿਨ੍ਹਾਂ ਦੇ ਵਿੱਚ ਡੇਰੇ ਸੰਤਾਂ ਨੇ ਬੈਠ ਕੇ ਲੋਪੋਂ ਵਾਲਾ ਕਾਲਜ, ਜਿਨ੍ਹਾਂ ਨੇ ਲੜਕੀਆਂ ਵਾਸਤੇ ਕਾਲਜ ਖੋਲ੍ਹੇ, ਉਹ ਲੜਕੀਆਂ ਵਾਸਤੇ ਸਕੂਲ ਖੋਲ੍ਹੇ। ਉਹ ਸਕੂਲ ਉੱਥੇ ਜਿੱਥੇ ਅੱਜ ਜਾਣਾ ਵੀ ਔਖਾ ਲੱਗਦਾ ਹੈ, ਅੱਜ ਦੀ ਡੇਟ ਵੀ ਜਾਣਾ ਔਖਾ ਲੱਗਦਾ ਹੈ, ਉੱਥੇ ਸਕੂਲ ਦਾ ਖੁੱਲ੍ਹਣਾ, ਕਾਲਜ ਦਾ ਖੁੱਲ੍ਹਣਾ ਕਿਹਨਾਂ ਲੜਕੀਆਂ ਵਾਸਤੇ, ਉਹ ਉਸ ਲੜਕੀਆਂ ਤੇ ਔਰਤਾਂ ਦਾ ਇਸ ਡਾਕੂਮੈਂਟ 'ਚ ਕਿਤੇ ਜ਼ਿਕਰ ਤੱਕ ਨਹੀਂ ਹੈ। ਹਾਂ, ਉਹ ਸੰਸਥਾਵਾਂ ਬਣਦੀਆਂ ਨੇ, ਉਹ ਬੰਦਿਆਂ ਨੇ ਕੰਮ ਕੀਤਾ ਹੈਗਾ, ਜਿਨ੍ਹਾਂ ਨੇ ਪ੍ਰੋਫਿਟ ਨਹੀਂ ਕੀਤਾ ਉਹਨਾਂ ਸੰਸਥਾਵਾਂ ਨੂੰ ਦਿੱਤਾ ਹੀ ਹੈ। ਉਹ ਦਾਨੀ ਪੁਰਸ਼ ਉਹ ਸੀਗੇ। ਅੱਜ ਦੀ ਡੇਟ ਦੇ ਵਿੱਚ ਜੋ NRF ਦੇ ਵਿੱਚ ਜੋ ਦਾਨੀ ਪੁਰਸ਼ ਬਣ ਕੇ ਆ ਰਹੇ ਨੇ, ਉਹ ਦਾਨੀ ਉਹਨਾਂ 'ਚ ਕੋਈ ਨਹੀਂ ਹੈਗਾ, ਸਾਰੇ ਉਹ ਮਨੀ ਲੈਂਡਰਜ਼ ਹੋਣਗੇ ਜਾਂ ਉਹ ਮਨੀ ਬੈਗਰਜ਼ ਹੋਣਗੇ। ਉਹ ਕਿਤੇ ਵੀ ਉਹਨਾਂ ਵਿੱਚੋਂ ਦਾਨੀ ਪੁਰਸ਼ ਕੋਈ ਨਜ਼ਰ ਨਹੀਂ ਆਏਗਾ, ਜਿਨ੍ਹਾਂ ਨੂੰ ਇਹ ਗਰੰਟਾਂ ਦੇਣ ਦੀ ਗੱਲ ਕਰਦੀ ਹੈਗੀ ਹੈ। ਜੋ ਅਸਲ ਦੀਆਂ ਰਿਪੋਰਟਾਂ ਦਾ ਮੈਂ ਇੱਕ ਜ਼ਿਕਰ ਕੀਤਾ ਹੈਗਾ, ਉਸ ਦੇ ਪੈਰਲਲ ਹੀ NCERT ਦੀਆਂ ਰਿਪੋਰਟਸ ਆਉਣੀ ਸ਼ੁਰੂ ਹੋਈਆਂ ਨੇ, ਜਿਹਨੂੰ ਅਸੀਂ ਨੈਸ਼ਨਲ ਅਸੈਸਮੈਂਟ ਸਰਵੇਜ ਕਹਿੰਦੇ ਹਾਂ। ਜੋ ਨੈਸ਼ਨਲ ਅਸੈਸਮੈਂਟ ਸਰਵੇ ਦੇ ਵਿੱਚ ਸਕੂਲੀ ਸਿੱਖਿਆ ਦੇ ਵਿੱਚ ਵਿਦਿਆਰਥੀਆਂ ਦੀ ਪ੍ਰਾਪਤੀ ਨੂੰ ਉਹਨੇ ਥੋੜ੍ਹਾ ਜਿਹਾ ਮੁਲਾਂਕਣ ਕੀਤਾ ਹੈਗਾ। ਉਹ ਸਾਡੇ ਨਤੀਜੇ ਕਾਫੀ ਉਤਸ਼ਾਹਜਨਕ ਰਹੇ ਨੇ। ਔਰ ਮੈਂ ਮੁਲਾਂਕਣ ਦੇ ਇੱਕ ਸਿਧਾਂਤ ਦੀ ਗੱਲ ਕਰਕੇ ਹੋਏ ਮੈਂ ਆਪਣਾ ਦੂਸਰਾ ਸੰਵਾਦ ਲੈ ਕੇ ਆਵਾਂਗਾ ਜੋ ਲਰਨਿੰਗ ਵਾਲਾ ਹੈਗਾ। ਜੇ ਅਸੀਂ ਮੁਲਾਂਕਣ ਦੀ ਪ੍ਰਕਿਰਿਆ ਨੂੰ ਨਾਰਮਲ ਮੰਨਦੇ ਹਾਂ, ਨਾਰਮਲ ਮੰਨਣ ਦਾ ਮਤਲਬ ਹੈ ਕਿ ਉਹ ਮਨੁੱਖੀ ਵਰਤਾਰਾ ਹੈਗਾ, ਉਹਦੇ ਵਿੱਚ ਹੈ ਕਿ ਜ਼ਿਆਦਾ ਬੱਚਿਆਂ ਦੀ ਐਵਰੇਜ ਪਰਫਾਰਮੈਂਸ ਹੋਏਗੀ, ਥੋੜ੍ਹੇ ਬੱਚਿਆਂ ਦੀ ਐਕਸਲੈਂਟ ਪਰਫਾਰਮੈਂਸ ਹੋਏਗੀ, ਥੋੜ੍ਹੇ ਬੱਚੇ ਐਸੇ ਵੀ ਹੋਣਗੇ ਜਿਨ੍ਹਾਂ ਦੀ ਘੱਟ ਪਰਫਾਰਮੈਂਸ ਹੋਏਗੀ, ਘੱਟ ਪਰਫਾਰਮੈਂਸ 'ਚ ਫੇਲਰ ਵੀ ਹੋਏਗਾ। ਨੂੰ
ਦੇਖ ਕੇ ਸਿਸਟਮ ਦੇ ਉੱਪਰ ਅਸੀਂ ਆਪਣੇ ਆਪ ਨੂੰ ਨਾਪ ਤੋਲ ਵਿੱਚ ਨਾ ਜਾਈਏ, ਲੇਕਿਨ ਜੋ ਫੇਲ ਹੋਇਆ ਵਿਦਿਆਰਥੀ ਹੈ ਜਾਂ ਕਿਸੇ ਪ੍ਰਕਾਰ ਦਾ ਵੀ ਉਹਦੇ ਵਿੱਚ ਅਗਰ ਉਹਦੀ ਮਜਬੂਰੀ ਰਹੀ ਹੈ ਜਾਂ ਉਹਦਾ ਕੋਈ ਪ੍ਰੋਬਲਮ ਰਹੀ ਹੈ, ਉਹਨਾਂ ਬੱਚਿਆਂ ਨੂੰ ਪੜ੍ਹਾਉਣ ਦਾ ਦਾਇਿਤਵ ਵੀ ਇਹਨਾਂ ਇੰਸਟੀਟਿਊਸ਼ਨ ਦੇ ਵਿੱਚ ਹੈਗਾ। ਪਰ ਅਸੀਂ ਇਸ ਬਾਰੇ ਕਦੇ ਵੀ ਜੇ ਵਿਦਿਆਰਥੀ ਫੇਲ ਹੋ ਜਾਂਦਾ ਹੈ ਜਾਂ ਵਿਦਿਆਰਥੀ ਦੀ ਘੱਟ ਪ੍ਰਾਪਤੀ ਹੁੰਦੀ ਹੈ, ਉਹਨੂੰ ਕਿਸ ਤਰੀਕੇ ਨਾਲ ਅਸੀਂ ਆਪਣੇ ਸਿੱਖਿਆ ਦੇ ਸਿਸਟਮ ਵਿੱਚ ਉਹਨੂੰ ਅੱਗੇ ਲੈ ਕੇ ਜਾਣਾ ਹੈਗਾ, ਇਹਦੇ ਬਾਰੇ ਕਿਤੇ ਵੀ ਉਹਦੇ ਵਿੱਚ ਜ਼ਿਕਰ ਨਹੀਂ ਹੈ। ਜਿਹਨੂੰ ਅਸੀਂ ਡ੍ਰੌਪ ਆਊਟ ਵੀ ਕਹਿੰਦੇ ਹਾਂ, ਜਿਹਨੂੰ ਅਸੀਂ ਫੇਲੀਅਰ ਵੀ ਕਹਿੰਦੇ ਹਾਂ, ਉਹਨਾਂ ਵਿਦਿਆਰਥੀਆਂ ਨੂੰ ਜੋੜ ਇੱਕ ਤਾਂ ਸਿਸਟਮ ਤੋਂ ਬਾਹਰ ਬੈਠੇ ਹੋਏ ਨੇ, ਉਹਨਾਂ ਤੱਕ ਪਹੁੰਚਣਾ ਮੁਸ਼ਕਿਲ ਹੈ, ਹਾਲੇ ਉਹ ਦਾਇਰਾ ਬਹੁਤ ਵੱਡਾ ਹੈ। ਮੈਂ ਇੰਨਾ ਕੁ ਜ਼ਿਕਰ ਕਰਾਂਗਾ ਕਿ ਜੋ 11 ਦੇ ਅੰਕੜੇ ਨੇ ਸਾਡੇ ਕੋਲ ਹਾਲੇ ਤੱਕ ਸਾਖਰਤਾ ਦੇ, ਜਿਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ 74% ਪੜ੍ਹਿਆ ਲਿਖਿਆ ਵਰਗ ਹੈ ਤੇ 26% ਅਨਪੜ੍ਹ ਹੈ। ਐਡੇ ਵੱਡੇ ਵਿਦਿਅਕ ਢਾਂਚੇ ਦੇ ਹੋਣ ਦੇ ਬਾਵਜੂਦ ਵੀ ਸਾਡੇ ਕੋਲ ਹਾਲੇ 26% ਵਿਅਕਤੀ ਅਨਪੜ੍ਹਤਾ ਦਾ ਸ਼ਿਕਾਰ ਨੇ। ਹੁਣ ਸਾਡਾ 26 ਦੇ 24 ਰਹਿ ਜਾ ਗਏ, ਹੁਣ 23 ਰਹਿ ਗਏ, ਹੁਣ 22 ਰਹਿ ਗਏ, ਲੇਕਿਨ ਹਾਲੇ ਵੀ ਸਾਡੇ ਕੋਲ 20-22% ਵਿਅਕਤੀ ਐਸੇ ਹੋਣਗੇ 2021 ਦੇ ਅੰਕੜੇ ਦੇ ਵਿੱਚ ਜੋ ਅਨਪੜ੍ਹਤਾ ਦਾ ਸ਼ਿਕਾਰ ਨੇ। ਔਰ ਉਸ ਅਨਪੜ੍ਹਤਾ ਦੇ ਬਾਰੇ ਇਸ ਡਾਕੂਮੈਂਟ ਦੇ ਵਿੱਚ ਜੋ ਪਹਿਲੇ ਡਾਕੂਮੈਂਟਾਂ ਦੇ ਵਿੱਚ ਰਾਸ਼ਟਰੀ ਸਾਖਰਤਾ ਮਿਸ਼ਨ ਤੇ ਦੂਸਰੇ ਮਿਸ਼ਨਾਂ ਸੀਗਾ, ਉਹ ਇੱਥੇ ਕਿਤੇ ਜ਼ਿਕਰ ਨਹੀਂ ਹੈਗਾ। ਅਸੀਂ ਜੋ ਪਿਛਲੇ ਦਿਨਾਂ ਵਿੱਚ ਸ਼ਬਦ ਵਰਤੇ ਨੇ ਐਕਸਟੈਂਸ਼ਨ ਐਜੂਕੇਸ਼ਨ, ਅਸੀਂ ਸ਼ਬਦ ਵਰਤੇ ਨੇ ਉਹਦੇ ਵਿੱਚ ਆਊਟਰੀਚ ਐਕਟੀਵਿਟੀਜ਼, ਇਸ ਡਾਕੂਮੈਂਟ ਦੇ ਵਿੱਚ ਉਹ ਆਊਟਰੀਚ ਐਕਟੀਵਿਟੀਜ਼ ਤੇ ਐਕਸਟੈਂਸ਼ਨ ਦਾ ਕਿਤੇ ਵੀ ਕੋਈ ਜ਼ਿਕਰ ਨਹੀਂ ਹੈ। ਜੋ 3 ਪ੍ਰਕਾਰ ਦੀਆਂ ਸੰਸਥਾਵਾਂ ਦਾ ਜ਼ਿਕਰ ਕੀਤਾ ਗਿਆ ਹੈਗਾ ਕਿ ਟਾਈਪ 1 ਰਿਸਰਚ ਹੋਣ ਵਾਲੀਆਂ, ਟਾਈਪ 2 ਟੀਚਿੰਗ ਵਾਲੀਆਂ, ਟਾਈਪ 3 ਕਿਹੜੇ ਹੋਣਗੇ ਆਟੋਨੋਮਸ ਜਾਂ ਐਫੀਲੀਏਟਡ ਕਾਲਜਾਂ ਵਾਲੇ ਸਥਿਤੀਆਂ ਹੋਣਗੀਆਂ। ਲੇਕਿਨ ਮੈਂ ਇੱਕ ਯਾਦ ਕਰਾਉਣਾ ਚਾਹਾਂਗਾ 1980 ਦੇ ਦਹਾਕੇ ਦੀ ਗੱਲ, ਉਦੋਂ ਜਦੋਂ ਪਹਿਲੀ ਵਾਰ ਗੈਰ ਕਾਂਗਰਸੀ ਸਰਕਾਰ ਬਣਦੀ ਹੈ, ਰਾਜੀ ਦੇਸਾਈ ਸਾਡੇ ਪ੍ਰਧਾਨ ਮੰਤਰੀ ਬਣ ਕੇ ਆਉਂਦੇ ਨੇ ਤੇ ਉਸ ਸਮੇਂ ਜਨਤਾ ਸਰਕਾਰ ਨੇ ਨੈਸ਼ਨਲ ਅਡਲਟ ਐਜੂਕੇਸ਼ਨ ਪ੍ਰੋਗਰਾਮ ਲੈ ਕੇ ਆਈ ਸੀ। ਉਸ ਨੈਸ਼ਨਲ ਅਡਲਟ ਐਜੂਕੇਸ਼ਨ ਪ੍ਰੋਗਰਾਮ ਨੂੰ ਜਦੋਂ ਲਾਂਚ ਕੀਤਾ ਗਿਆ, ਉਦੋਂ ਇੱਕ ਸਵਾਲ ਖੜਾ ਹੋਇਆ ਸੀਗਾ ਕਿ ਸਾਡੀ ਯੂਨੀਵਰਸਿਟੀਆਂ ਦਾ ਉਸ ਨੈਸ਼ਨਲ ਅਡਲਟ ਐਜੂਕੇਸ਼ਨ ਪ੍ਰੋਗਰਾਮ ਦੇ ਵਿੱਚ ਕੀ ਕੰਟਰੀਬਿਊਸ਼ਨ ਹੋਏਗਾ ਤਾਂ ਕਿ ਦੇਸ਼ ਦੀ ਜਨਤਾ ਜੋ ਅਨਪੜ੍ਹਤਾ ਦਾ ਸ਼ਿਕਾਰ ਹੈ ਉਹਨੂੰ ਅਸੀਂ ਪੜ੍ਹਨ ਲਿਖਣ ਦੇ ਰਸਤੇ ਲੈ ਕੇ ਆਈਏ। ਤਾਂ ਉਸ ਸਮੇਂ ਜੋ UGC ਨੇ ਇੱਕ ਡਾਕੂਮੈਂਟ ਲੈ ਕੇ ਆਈ, ਉਹਦੇ ਵਿੱਚ ਇਹ ਹੈ ਕਿ ਹਾਇਰ ਐਜੂਕੇਸ਼ਨ ਦਾ ਫੰਕਸ਼ਨ ਤੇ ਟੀਚਰ ਐਜੂਕੇਸ਼ਨ ਦਾ ਜੋ ਸਾਡਾ ਰੋਲ ਹੈ, ਸਾਡੀ ਰਿਸਪੌਂਸਿਬਿਲਿਟੀ ਹੈ, ਸਾਡਾ ਦਾਇਿਤਵ ਹੈ, ਉਹ 3 ਐਂਗਲ ਦੇ ਉੱਪਰ ਹੈ। ਹਰ ਇੱਕ ਯੂਨੀਵਰਸਿਟੀ, ਹਰ ਇੱਕ ਅਧਿਆਪਕ ਯੂਨੀਵਰਸਿਟੀ ਪੜ੍ਹਦਾ ਹੋਇਆ, ਪੜ੍ਹਾਉਂਦਾ ਹੋਇਆ ਟੀਚਿੰਗ, ਰਿਸਰਚ ਐਂਡ ਐਕਸਟੈਂਸ਼ਨ, ਟੀਚਿੰਗ, ਰਿਸਰਚ ਐਂਡ ਐਕਸਟੈਂਸ਼ਨ, ਤਿੰਨੇ ਕੰਮ ਕਰੇਗਾ। ਕੋਈ ਅਧਿਆਪਕ ਹਾਇਰ ਐਜੂਕੇਸ਼ਨ ਦੇ ਵਿੱਚ ਇਹ ਨਹੀਂ ਕਹੇਗਾ ਮੈਂ ਇਕੱਲੀ ਟੀਚਿੰਗ ਕਰਨੀ ਹੈ ਜਾਂ ਮੈਂ ਰਿਸਰਚ ਹੀ ਕਰਨੀ ਹੈ ਜਾਂ ਮੈਂ ਐਕਸਟੈਂਸ਼ਨ ਹੀ ਕਰਨੀ ਹੈ, ਉਹ ਤਿੰਨੋਂ ਹੀ ਕੰਮ ਕਰੇਗਾ। ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਡਿਪਾਰਟਮੈਂਟਸ ਆਫ ਐਕਸਟੈਂਸ਼ਨ ਐਜੂਕੇਸ਼ਨ ਬਣੇ, ਵੈਟਰਨਰੀ ਸਾਇੰਸ ਦੇ ਵਿੱਚ ਬਣੇ ਹੋਏ ਨੇ, ਉਹ ਵਿਸਤਾਰ ਸਿੱਖਿਆ ਦੀ ਗੱਲ ਕਰਦੇ ਨੇ। ਪਰ ਨਾਰਮਲ ਜੋ ਯੂਨੀਵਰਸਿਟੀ ਸੀਗੀ, ਚਾਹੇ ਸਟੇਟ ਯੂਨੀਵਰਸਿਟੀ ਨੇ ਚਾਹੇ ਸੈਂਟਰਲ ਯੂਨੀਵਰਸਿਟੀ ਨੇ, ਇਹਨਾਂ ਦੇ ਵਿੱਚ ਇਹ ਸੈਂਟਰ ਬਣ ਕੇ ਆਏ ਜਿਨ੍ਹਾਂ ਨੇ ਬਾਲਗ ਸਿੱਖਿਆ ਨੂੰ ਜਾਂ ਅਨਪੜ੍ਹਤਾ ਨੂੰ ਖਤਮ ਕਰਨ ਦੇ ਵਿੱਚ ਇੱਕ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ ਅਧਿਆਪਕਾਂ ਰਾਹੀਂ ਅਤੇ ਸੰਸਥਾ ਰਾਹੀਂ। ਉਹਨਾਂ ਬਾਰੇ ਇਸ ਡਾਕੂਮੈਂਟ ਦੇ ਵਿੱਚ ਕਿਤੇ ਕੋਈ ਜ਼ਿਕਰ ਨਹੀਂ ਹੈ। ਮੈਂ ਸ਼ਬਦਾਂ ਦਾ ਪ੍ਰਯੋਗ ਕਿਉਂ ਕਰ ਰਿਹਾ? ਅਗਰ ਇੱਕ ਅਧਿਆਪਕ, ਇੱਕ ਸੰਸਥਾ ਸਮਾਜ ਬਾਰੇ, ਸਮਾਜ 'ਚ ਰਹਿਣ ਵਾਲੇ ਵਿਅਕਤੀਆਂ ਬਾਰੇ ਔਰ ਉਹਨਾਂ ਵਿਅਕਤੀਆਂ ਬਾਰੇ ਜੋ ਅਨਪੜ੍ਹ ਨੇ, ਗਰੀਬ ਨੇ ਜਾਂ ਕਿਸੇ ਵਰਗ ਨਾਲ ਸੰਬੰਧ ਰੱਖਦੇ ਨੇ, ਉਹਨਾਂ ਬਾਰੇ ਕੋਈ ਉਹਨਾਂ ਵਿੱਚ ਚੇਤਨਾ ਨਹੀਂ ਹੋਏਗੀ, ਉਹਨਾਂ ਪ੍ਰਤੀ ਉਹਨਾਂ ਦੇ ਸੰਵੇਦਨਾ ਨਹੀਂ ਹੋਏਗੀ, ਉਹਨਾਂ ਪ੍ਰਤੀ ਕੋਈ ਲਗਾਵ ਨਹੀਂ ਹੋਏਗਾ, ਤਾਂ ਮੇਰੇ ਪੜ੍ਹੇ ਲਿਖੇ ਹੋਣ ਦਾ ਕੋਈ ਹੱਕ ਨਹੀਂ ਹੈ। ਅਗਰ ਮੈਂ ਪੜ੍ਹੇ ਲਿਖਿਆ ਕਹਿਲਾਉਣਾ ਚਾਹੁੰਦਾ ਹਾਂ ਤਾਂ ਮੈਨੂੰ ਆਪਣੇ ਸਮਾਜ ਦੇ ਨਾਲ ਉਸ ਵਿਅਕਤੀ ਨਾਲ ਖੜਾ ਹੋਣਾ ਪਏਗਾ ਜੋ ਅਨਪੜ੍ਹਤਾ ਦਾ ਸ਼ਿਕਾਰ ਹੈ, ਜੋ ਗਰੀਬੀ ਦਾ ਸ਼ਿਕਾਰ ਹੈ ਅਤੇ ਜੋ ਕਿਸੇ ਤਰੀਕੇ ਦਾ ਮੁਹਤਾਜੀ ਦੇ ਵਿੱਚ ਬੈਠਾ ਹੋਇਆ ਹੈ। ਸਾਨੂੰ ਆਪਣੇ ਵਿੱਚ ਉਹ ਸੰਵੇਦਨਾ ਪੈਦਾ ਕਰਨੀ ਪਏਗੀ। ਸਾਨੂੰ ਜੋ ਐਕਸਟੈਂਸ਼ਨ ਰੋਲ ਹੈਗਾ ਉਹਦੇ ਵਿੱਚ ਆਪਣਾ ਰੋਲ ਪਲੇ ਕਰਨਾ ਪਏਗਾ। ਜੋ ਇਹ NRF ਦੇ ਵਿੱਚ ਕਹਿ ਰਹੇ ਨੇ, NRF ਦੇ ਵਿੱਚ ਫੰਡਿੰਗ ਹੈਗੀ ਆ, ਬਰਾੜ ਸਾਹਿਬ ਜ਼ਿਕਰ ਕਰ ਗਏ ਨੇ, ਜਿੰਨਾ ਫੰਡ ਉਹ ਸੋਚ ਰਹੇ ਸੀਗੇ ਉਹਦਾ ਇੱਕ ਅੰਸ਼ ਵੀ ਉਹਦੇ ਵਿੱਚ ਨਹੀਂ ਦਿਖਾ ਰਹੇ ਹੈਗੇ। ਉਹ ਕਿਹਨੂੰ ਜਾਏਗਾ? ਉਹ ਸਾਡੇ ਉਹਨਾਂ ਯੂਨੀਵਰਸਿਟੀਆਂ ਨੂੰ ਜਾਏਗਾ ਜੋ ਯੂਨੀਵਰਸਿਟੀਆਂ ਉਹਨਾਂ ਖਿੱਤਿਆਂ ਵਿੱਚ ਕੰਮ ਕਰ ਰਹੀਆਂ ਨੇ, ਜੋ ਆਮ ਲੋਕਾਂ ਲਈ ਕੰਮ ਕਰ ਰਹੀਆਂ ਨੇ, ਜਿਹਦੇ ਵਿੱਚ ਸਾਡੀ ਪੰਜਾਬੀ ਯੂਨੀਵਰਸਿਟੀ ਵੀ ਸ਼ਾਮਲ ਹੈ। ਸੋ ਸਾਨੂੰ ਆਉਣ ਵਾਲੇ ਸਮੇਂ 'ਚ ਕੀ ਦੇਖਣਾ ਪਏਗਾ ਕਿ ਜੋ ਸਾਡੇ ਆਪਣੇ ਰਿਸਰਚ ਦੇ ਪ੍ਰੋਜੈਕਟ ਨੇ, ਸਾਡੇ ਆਪਣੇ ਪੜ੍ਹਾਈ ਲਿਖਾਈ ਦੇ ਪ੍ਰੋਜੈਕਟ ਨੇ, ਉਹਨਾਂ ਦੇ ਵਿੱਚ ਕਮਿਊਨਿਟੀ ਪ੍ਰੋਜੈਕਟਸ ਨੂੰ ਕਿਤੇ ਦਿਸ਼ਾ ਦੇਣੀ ਪਏਗੀ ਤਾਂ ਕਿ ਸਾਡਾ ਵਿਦਿਆਰਥੀ ਜੋ ਪੜ੍ਹ ਰਿਹਾ ਹੈਗਾ ਉਹ ਡੈਫੀਸ਼ੈਂਟ ਦਾ ਸ਼ਿਕਾਰ ਨਾ ਹੋਵੇ, ਉਹ ਥੋੜ੍ਹਾ ਜਿਹਾ ਸਮਾਜ ਨਾਲ ਲੱਗਦਾ ਹੋਵੇ, ਸਮਾਜ ਦੇ ਨਾਲ ਉਹਦਾ ਇੱਕ ਰਲੇਵਾਂ ਹੋਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਤੋਂ ਅਲੱਗ ਹੋ ਕੇ ਨਾ ਦੇਖ ਸਕੇ, ਸਮਾਜ ਨਾਲ ਜੁੜ ਕੇ ਦੇਖ ਸਕੇ। ਇਹ ਸਾਡਾ ਇੱਕ ਰੋਲ ਬਣਦਾ ਹੈਗਾ।
ਔਰ ਇੱਕ ਜੋ ਇਸ ਡਾਕੂਮੈਂਟ ਦੇ ਵਿੱਚ ਕਿਤੇ ਜ਼ਿਕਰ ਨਹੀਂ ਆਉਂਦਾ ਹੈਗਾ, ਸ਼ਬਦ ਨਹੀਂ ਪਾਏ ਹੈਗੇ ਇਹਨਾਂ ਨੇ, ਜੋ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਵੈਲਿਊਜ਼ ਪਈਆਂ ਹੋਈਆਂ ਨੇ, ਜੋ ਸਾਡੇ ਕਨਸਟੀਟਿਊਸ਼ਨ ਦੇ ਪ੍ਰਿੰਸੀਪਲ ਪਏ ਹੋਏ ਨੇ। ਸੈਕੂਲਰਿਜ਼ਮ ਦੀ ਗੱਲ ਨਹੀਂ ਕਰਦਾ ਹੈਗਾ, ਡੈਮੋਕ੍ਰੇਟਾਈਜੇਸ਼ਨ ਦੀ ਗੱਲ ਨਹੀਂ ਕਰਦਾ ਹੈਗਾ, ਸੋਸ਼ਲਿਜ਼ਮ ਦੀ ਗੱਲ ਨਹੀਂ ਕਰਦਾ ਹੈਗਾ, ਸੋਸ਼ਲ ਜਸਟਿਸ ਦੀ ਗੱਲ ਨਹੀਂ ਕਰਦਾ ਹੈਗਾ, ਇਕੁਇਟੀ ਦੀ ਗੱਲ ਨਹੀਂ ਕਰਦਾ। ਪੰਜੋਂ ਪ੍ਰਿੰਸੀਪਲ ਦੇ ਉੱਪਰ ਇਹ ਡਾਕੂਮੈਂਟ ਸਾਇਲੈਂਟ ਹੈਗਾ। ਔਰ ਪੰਜੋਂ ਪ੍ਰਿੰਸੀਪਲ ਸਾਡੇ ਇੱਕ ਵਿਅਕਤੀ ਨੂੰ ਇਨਸਾਨ ਬਣਾਉਣ ਦੇ ਕੰਮ ਆਉਂਦੇ ਨੇ, ਔਰ ਇਨਸਾਨ ਬਣਾਉਣ ਦਾ ਕੰਮ ਸਾਡੀ ਜ਼ਿੰਮੇਵਾਰੀ ਦੇ ਵਿੱਚ ਪਿਆ ਹੋਇਆ ਹੈਗਾ, ਸਾਨੂੰ ਉਹ ਦੇਖਣਾ ਪਏਗਾ। ਮੈਂ ਇੱਕ ਸ਼ਬਦ ਫਿਰ ਪਿੱਛੇ ਮੁੜ ਕੇ ਆਉਂਦਾ ਹੈਗਾ, ਜੋ ਮਹਿੰਦਰਾ ਵਾਲੀ ਨੇ ਕਮੈਂਟ ਕੀਤਾ ਜਾਂ ਮੈਨੇਜਮੈਂਟ ਦੇ ਵਿਅਕਤੀਆਂ ਉੱਪਰ ਕਮੈਂਟ ਕੀਤਾ ਗਿਆ, ਉਹਦੇ ਬਾਰੇ ਮੈਂ ਐਮਪਲਾਇਬਿਲਿਟੀ ਸਕਿੱਲਜ਼, ਐਮਪਲਾਇਮੈਂਟ, ਅਨਐਮਪਲਾਇਮੈਂਟ, ਜੇ ਸਾਡੇ ਦੇਸ਼ ਨੇ ਤਰੱਕੀ ਕੀਤੀ ਹੈ, ਜੇ ਅਸੀਂ 5 ਟ੍ਰਿਲੀਅਨ ਇਕੋਨਮੀ ਵੱਲ ਵੱਧ ਰਹੇ ਹਾਂ, ਜੇ ਸਾਡੀ GDP ਵਧੀ ਹੈ, ਜੇ ਪਿਛਲੇ 50-60 ਸਾਲਾਂ ਦੇ ਵਿੱਚ ਸਾਡੇ ਦੇਸ਼ ਨੇ ਤਰੱਕੀ ਕੀਤੀ ਹੈ, ਵਿਕਾਸ ਕੀਤਾ ਹੈ, ਪ੍ਰੋਸਪੈਰਿਟੀ ਆਈ ਹੈ, ਤਾਂ ਉੱਥੇ ਐਮਪਲਾਇਮੈਂਟ ਵਧਣੀ ਚਾਹੀਦੀ ਸੀਗੀ, ਉੱਥੇ ਐਮਪਲਾਇਮੈਂਟ ਰੇਟ ਵਧਣਾ ਚਾਹੀਦਾ ਸੀਗਾ। ਐਮਪਲਾਇਮੈਂਟ ਰੇਟ ਦੇ ਵਿੱਚ ਲਗਾਤਾਰ ਕਟੌਤੀ ਹੋਈ ਹੈ, ਔਰ ਆਰਗੇਨਾਈਜ਼ਡ ਸੈਕਟਰ ਦੇ ਵਿੱਚ ਜ਼ਿਆਦਾ ਕਟੌਤੀ ਹੋਈ ਹੈ। ਪ੍ਰਾਈਵੇਟ ਸੈਕਟਰ ਦੇ ਵਿੱਚ ਜ਼ਿਆਦਾ ਵਾਧਾ ਨਹੀਂ ਹੋਇਆ ਹੈ ਜਿਹੜਾ ਵਾਧਾ ਅਸੀਂ ਐਕਸਪੈਕਟ ਕਰਦੇ ਹਾਂ। ਦਿਸ ਮੀਨਸ ਜਿੰਨੇ ਵੀ ਵਾਧਾ ਹੋਇਆ ਹੈਗਾ ਇਕੋਨਮੀ ਦੇ ਵਿੱਚ, ਇਹਦੇ ਵਿੱਚ ਜੋ ਜੌਬ ਅਪਰਚੁਨਿਟੀ ਨੇ ਉਹ ਘਟੀਆਂ ਨੇ, ਨੰਬਰ 1। ਨੰਬਰ 2, ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ ਅਧਿਆਪਕਾਂ ਦੇ ਬਹੁਤ ਵੈਕੈਂਸੀ ਖਾਲੀ ਪਈਆਂ ਨੇ। ਤੁਹਾਡੇ ਕੋਲ ਪੜ੍ਹੇ ਲਿਖੇ ਕੁਆਲੀਫਾਈਡ ਵਿਅਕਤੀ ਹਨ, ਉੱਧਰ ਪੋਸਟਾਂ ਪਈਆਂ ਨੇ, ਇੱਥੇ ਐਮਪਲਾਇਬਿਲਿਟੀ ਸਕਿੱਲ ਦਾ ਕੋਈ ਕੁਐਸਚਨ ਨਹੀਂ ਹੈਗਾ। ਉਹਨਾਂ ਪੋਸਟਾਂ ਨੂੰ ਕਿਹਨੇ ਭਰਨਾ ਹੈਗਾ? ਪੋਸਟਾਂ ਅਗਰ ਹੈਗੀਆਂ ਨੇ, ਨਵੀਆਂ ਕ੍ਰੀਏਟ ਮਤ ਕਰੋ। ਅਸੀਂ ਕਹਿੰਦੇ ਹਾਂ ਨਵੀਆਂ ਪੋਸਟਾਂ ਕ੍ਰੀਏਟ ਮਤ ਕਰੋ, ਜੋ ਹੈਗੀਆਂ ਨੇ ਉਹਨਾਂ ਨੂੰ ਭਰ ਕੇ ਦਿਖਾ ਦਿਓ। ਸਾਡੀ ਅਨਐਮਪਲਾਇਮੈਂਟ ਦੀ ਕੋਈ ਸਮੱਸਿਆ ਹੱਲ ਹੁੰਦੀ ਹੈ। ਜੋ ਐਮਪਲਾਇਬਿਲਿਟੀ ਸਕਿੱਲ ਦੀ ਮਹਿੰਦਰਾ ਕਹਿੰਦਾ ਕਿ ਨਹੀਂ ਬੱਚਿਆਂ ਵਿੱਚ ਆਈ ਹੈਗੀ ਆ, ਮੰਨਦੇ ਆ ਸਾਡੇ ਸਿੱਖਿਆ ਦੇ ਢਾਂਚੇ ਵਿੱਚ ਕਿਤੇ ਪੜ੍ਹਨ ਪੜ੍ਹਾਉਣ ਦੀ ਕਮੀ ਰਹੀ ਹੋਏਗੀ, ਲੇਕਿਨ ਮੈਂ ਇਹ ਗੱਲ ਕਹਾਂਗਾ ਜਿਹੜੇ ਬੱਚੇ ਪੜ੍ਹ ਕੇ ਨਿਕਲ ਰਹੇ ਨੇ ਉਹਨਾਂ ਕੋਲ ਸਕਿੱਲਜ਼ ਹੈਗੀਆਂ ਨੇ। ਸੋਸ਼ਲ ਸਾਇੰਸ ਦੇ ਬਾਰੇ ਕੋਈ ਨਹੀਂ ਕਹਿੰਦਾ। ਸੋਸ਼ਲ ਸਾਇੰਸ ਦੇ ਡਿਪਾਰਟਮੈਂਟ ਪਿਛਲੇ ਸਮਿਆਂ ਦੇ ਵਿੱਚ ਉਹਨਾਂ ਦੇ ਵਿੱਚ ਜੋ ਇਨਪੁਟਸ ਗਈਆਂ ਨੇ ਬੋਥ ਇਨ ਟਰਮਜ਼ ਆਫ ਟੀਚਿੰਗ ਲਰਨ ਘਟੀਆਂ ਨੇ। ਸਮਾਜ ਸ਼ਾਸਤਰੀਆਂ ਦੀ ਗਿਣਤੀ ਵੀ ਘਟੀ ਹੈਗੀ ਆ, ਸਮਾਜ ਸ਼ਾਸਤਰ ਪੜ੍ਹਨ ਵਾਲੇ ਵਿਅਕਤੀਆਂ ਦੀ ਗਿਣਤੀ ਵੀ ਘਟੀ ਹੈਗੀ ਆ। ਅਸੀਂ ਇੱਕ ਪਾਸੇ ਮੈਡੀਕਲ ਤੇ ਪ੍ਰੋਫੈਸ਼ਨਲ ਐਜੂਕੇਸ਼ਨ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਹੈਗੀ ਆ, ਲੇਕਿਨ ਉਹਦੇ ਬਾਰੇ ਵੀ ਮੇਰੇ ਕੋਲ ਅੱਜ ਦੇ ਅੰਕੜੇ ਹੈਗੇ ਨੇ। ਕੋਈ ਹਿੰਦੁਸਤਾਨ ਦੀ ਜੋ ਮੈਡੀਕਲ ਸਰਵਿਸ ਦਾ ਆਇਆ ਹੈਗਾ ਕਿ ਹਿੰਦੁਸਤਾਨ ਦੇ ਵਿੱਚ ਜੋ ਡਾਕਟਰ ਟੀਚਰ ਦੀ ਰੇਸ਼ੋ ਆ 1400 ਕੁਛ ਵਿਅਕਤੀਆਂ ਪਿੱਛੇ ਇੱਕ ਡਾਕਟਰ ਹੈ, ਜਦਕਿ ਵਰਲਡ ਓਵਰ ਅਸੀਂ 1000 ਪਿੱਛੇ ਇੱਕ ਡਾਕਟਰ ਦੀ ਡਿਮਾਂਡ ਰੱਖਦੇ ਹਾਂ। ਡਾਕਟਰ ਵਿਹਲੇ ਫਿਰਦੇ ਨੇ, ਅਧਿਆਪਕ ਦੀ ਕੁਆਲੀਫਿਕੇਸ਼ਨ ਵਾਲੇ ਵਿਅਕਤੀ ਵਿਹਲੇ ਫਿਰਦੇ ਨੇ, MPhil PhD ਵਾਲੇ ਵਿਅਕਤੀ ਵਿਹਲੇ ਫਿਰਦੇ ਨੇ। ਸਾਡੇ ਕੋਲ ਪੋਸਟਾਂ ਪਈਆਂ ਨੇ, ਅਸੀਂ ਭਰਦੇ ਨਹੀਂ ਹੈਗੇ। ਫਿਰ ਅਸੀਂ ਕਹਿੰਦੇ ਆ ਅਨਪਲਾਇਮੈਂਟ ਇੱਦਾਂ ਨਹੀਂ ਜਾਂਦੀ। ਐਮਪਲਾਇਮੈਂਟ ਸਕਿੱਲ ਹੈਗੀਆਂ ਨੇ, ਲੋਕਾਂ ਕੋਲ ਹੈਗੀਆਂ ਨੇ, ਉਹਨੂੰ ਮੌਕਾ ਮਿਲੇਗਾ ਤਾਂ ਸਕਿੱਲਜ਼ ਆਟੋਮੈਟਿਕਲੀ ਐਮਰਜ ਹੋਣਗੀਆਂ। ਸੋ ਅਸੀਂ ਉਸ ਤਰੀਕੇ ਨਾਲ ਨਾ ਦੇਖੀਏ। ਅਸੀਂ ਪੂਰੀ ਸਿੱਖਿਆ ਨੂੰ ਜੋ ਦੇਖ ਰਹੇ ਹਾਂ ਮੈਕੈਨਿਸਟਿਕ ਵਿੱਚ ਦੇਖ ਰਹੇ ਹਾਂ ਕਿ ਇਹਦੇ ਵਿੱਚੋਂ ਪ੍ਰੋਫਿਟ ਨਜ਼ਰ ਆਉਣਾ ਚਾਹੀਦਾ ਹੈਗਾ। ਜੋ ਸਾਡੀਆਂ ਸਮਾਜ ਵਿਗਿਆਨ ਦੀਆਂ ਬ੍ਰਾਂਚਿਸ ਨੇ ਜਿਨ੍ਹਾਂ ਵਿੱਚ ਐਜੂਕੇਸ਼ਨ ਵੀ ਇੱਕ ਹੈਗੀ ਆ, ਇਹ ਕਿਤੇ ਵੀ ਪ੍ਰੋਫਿਟੇਬਲ ਨਹੀਂ ਹੋ ਸਕਦੀਆਂ ਹੈਗੀਆਂ। ਇਹਨਾਂ ਦੇ ਵਿੱਚ ਲਗਾਇਆ ਗਿਆ ਜੋ ਪੈਸਾ ਹੈਗਾ ਉਹ ਹਿਊਮਨ ਕੈਪੀਟਲ ਦੇ ਵਿੱਚ ਜਾਏਗਾ। ਉਹ ਹਿਊਮਨ ਕੈਪੀਟਲ ਕਹਿਲਾਏਗਾ, ਉਹ ਸੋਸ਼ਲ ਕੈਪੀਟਲ ਕਹਿਲਾਏਗਾ, ਉਹ ਕਲਚਰਲ ਕੈਪੀਟਲ ਕਹਿਲਾਏਗਾ। ਉਹ ਇਕਨੋਮਿਕ ਕੈਪੀਟਲ ਬਣੇ ਨਾ ਬਣੇ, ਪਰ ਸਾਡੇ ਕੋਲ ਹਿਊਮਨ ਕੈਪੀਟਲ ਹੋਵੇ, ਸੋਸ਼ਲ ਕੈਪੀਟਲ ਹੋਵੇ, ਕਲਚਰਲ ਕੈਪੀਟਲ ਹੋਵੇ, ਅਸੀਂ ਅੱਛਾ ਸਮਾਜ ਨਿਰਮਾਣ ਕਰ ਸਕਦੇ ਹਾਂ। ਅਨਫੋਰਚੂਨੇਟਲੀ ਇਹ ਡਾਕੂਮੈਂਟ ਇਹਨਾਂ ਦੀ ਕਿਤੇ ਵੀ ਕੋਈ ਗੱਲ ਨਹੀਂ ਕਰ ਰਿਹਾ ਹੈਗਾ। ਪੜ੍ਹਨ ਪੜ੍ਹਾਉਣ ਦੇ ਪ੍ਰੋਸੈਸ ਦੇ ਬਾਰੇ ਟੋਟਲੀ ਸਾਇਲੈਂਟ ਹੈਗਾ। ਤੇ ਸਾਨੂੰ ਹੁਣ ਦੋ ਗੱਲਾਂ ਦੇ ਉੱਪਰ ਧਿਆਨ ਦੇਣਾ ਪਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਪੜ੍ਹਨ ਪੜ੍ਹਾਉਣ ਦੀ ਪ੍ਰਕਿਰਿਆ ਨੂੰ ਥੋੜ੍ਹਾ ਜਿਹਾ ਮਜ਼ਬੂਤ ਕਰੀਏ। ਬਰਾੜ ਸਾਹਿਬ ਨੇ ਇਹ ਸ਼ਬਦ ਕਹੇ ਨੇ, ਅਸੀਂ ਆਪਣੇ ਡਾਕੂਮੈਂਟਸ ਪੜ੍ਹੀਏ, ਅਸੀਂ ਆਪਣੀ ਕਿਤਾਬਾਂ ਨੂੰ ਦੁਬਾਰਾ ਤੋਂ ਪੜ੍ਹੀਏ। ਲੈਟ ਅਸ ਰੀਵਿਜ਼ਿਟ all those things which we have read earlier so that we can understand what is happening at the moment and we can think how we can stop what is going to happen in the future so that our country is safe, our society is safe and we are safe. We have to be safe only when we will be studying, we will be doing well and we will be conscious and we will be devoting ourselves to the teaching learning process in a human way, not in the mechanical way.
ਵੀ ਵਿਲ ਹੈਵ ਟੂ ਲਰਨ। ਹਿਊਮਨ ਲਰਨਿੰਗ ਨੂੰ ਇੰਪਰੂਵ ਕਰਨਾ ਹੈਗਾ, ਆਪਣੀ ਪੜ੍ਹਾਈ ਲਿਖਾਈ ਇੰਪਰੂਵ ਕਰਨੀ ਆ, ਚੇਤਨਾ ਇੰਪਰੂਵ ਕਰਨੀ ਆ, ਆਪਣੇ ਆਪ ਨੂੰ ਪੜ੍ਹਨ ਲਿਖਣ ਦੇ ਰਸਤੇ ਲਾਉਣਾ ਅਤੇ ਸਮਾਜ ਨਾਲ ਜੋੜਨ ਦੀ ਕੋਸ਼ਿਸ਼ ਕਰਨੀ ਹੈ। ਇਹ ਕਰ ਪਾਵਾਂਗੇ, ਸ਼ਾਇਦ ਅਸੀਂ ਆਪਣਾ ਇੱਕ ਯੋਗਦਾਨ ਦੇ ਸਕਾਂਗੇ। ਧੰਨਵਾਦ।